ਨਹਿ ਪ੍ਰੀਤ ਪਰਮ ਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮ ਨਾਨਕ ਕਿਰਪਾਲ ਹਰ ਹਰ ਗੁਰੰ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਛ ਢੰਗ ਨਾ ਮੇਰਾ ਕਿਆ ਮੋਲੇ ਬੋਲੇ ਗੁਨੇ ਬਿਹੂਨ ਨਾਮ ਜਪਿਆ ਨਾ ਤੇਰਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰ ਪ੍ਰਭ ਸੁਆਮੀ ਕਿਰਪਾ ਧਾਰੋ ਹਮ ਹਰ ਹਰ ਸੇਵਾ ਲਾਗੀ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੇ ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੇ ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀਆਂ ਹਾਜ਼ਰੀਆਂ ਭਰ ਕੇ ਗੁਰ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਸਮੂਹ ਗੁਰਮੁਖ ਪਰਿਵਾਰ ਨੇ ਸਤਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਸ਼ੁਕਰਾਨੇ ਨਿਮਿਤ ਜੋ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਅੱਜ ਭੋਗਾਂ ਦੇ ਦੀਵਾਨ ਸਜ ਰਹੇ ਹਨ। ਤਿੰਨਾਂ ਦੇ ਵਿੱਚ ਗੁਰਮੁਖ ਪਰਿਵਾਰ ਦੇ ਸੱਦੇ ਉੱਪਰ ਆਪ ਗੁਰੂ ਕੀ ਸੰਗਤ ਦੇ ਵਿੱਚ ਸੁਸ਼ੋਭਿਤ ਹੋ ਬੜੇ ਪਿਆਰ ਸਤਿਕਾਰ ਦੇ ਨਾਲ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਸਾਹਿਬ ਜੀ ਦੇ ਸੁੰਦਰ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਵਾਹਿਗੁਰੂ ਸਿਮਰਨ ਦੇ ਜਾਪਾਂ ਦੇ ਵਿੱਚ ਹਾਜ਼ਰੀਆਂ ਲਵਾਈਆਂ ਹਨ। ਆਓ
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰ ਘਰ ਦਾ ਜੋ ਨਿਰਮਲ ਉਪਦੇਸ਼, ਨਿਰਮਲ ਸਿਧਾਂਤ ਹੈ, ਉਸ ਨੂੰ ਵਿਚਾਰਨ ਤੋਂ ਪਹਿਲੋਂ ਸਰਬੱਤ ਸੰਗਤ ਬੜੀ ਭਾਵਨਾ ਸਹਿਤ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਓ। ਦੋਵੇਂ ਹੱਥ ਜੋੜ ਕੇ ਸਤਿਕਾਰ ਸਹਿਤ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਆਪ ਪੜ੍ਹਨ ਵਾਲੇ ਗੁਰਸਿੱਖ ਹੋ। ਮਨੁੱਖਾ ਜਾਤੀ ਦੇ ਵਿੱਚ ਜੇ ਕਿਸੇ ਦਾ ਵੀ ਜਨਮ ਹੁੰਦਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਉਸ ਦੇ ਪ੍ਰਥਾਏ ਪੋਤ ਸ਼ਬਦ ਵਰਤਿਆ ਹੈ। ਚਾਹੇ ਉਹ ਪੁੱਤ ਹੈ, ਚਾਹੇ ਉਹ ਧੀ ਹੈ। ਭਾਈ ਗੁਰਦਾਸ ਜੀ ਨੇ ਪੁੱਤ ਸ਼ਬਦ ਆਪਣੀਆਂ ਪਾਵਨ ਪਵਿੱਤਰ ਵਾਰਾਂ ਦੇ ਵਿੱਚ ਲਿਖਿਆ ਹੈ। ਇੱਕ ਵਾਰ ਦੀ ਪੌੜੀ ਦੇ ਵਿੱਚ ਧੀ ਸ਼ਬਦ ਦਾ ਵੀ ਜ਼ਿਕਰ ਕੀਤਾ ਹੈ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਰਮ ਸਾਨੂੰ ਏਕੇ ਦੀ ਲੜੀ ਦੇ ਵਿੱਚ ਪਰੋਂਦਾ ਹੈ। ਇਸ ਵਾਸਤੇ ਮਾਂ ਦੀ ਕੁੱਖ ਦੇ ਵਿੱਚੋਂ ਜਿਸ ਵੀ ਬੱਚੇ ਦਾ ਜਨਮ ਹੋਇਆ ਸੰਸਾਰ ਦੇ ਵਿੱਚ, ਗੁਰਬਾਣੀ ਦੇ ਵਿੱਚ ਉਸ ਨੂੰ ਪੂਤ ਸ਼ਬਦ ਦੇ ਨਾਲ ਸੰਬੋਧਨ ਕੀਤਾ ਗਿਆ। ਇੱਕ ਗੱਲ ਯਾਦ ਰੱਖਿਓ, ਪੂਤ ਸ਼ਬਦ ਸਾਡੀ ਸੱਭਿਅਕ ਭਾਸ਼ਾ ਦਾ ਸ਼ਬਦ ਨਹੀਂ ਹੈ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਅਰਥ ਹੁੰਦਾ ਹੈ ਸੱਚ, ਅਸਲ, ਪਵਿੱਤਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪੜ੍ਹੀਏ। ਮਾਤਾ ਦੇ ਉਦਰ ਦੇ ਵਿੱਚ ਜਿਹੜਾ ਬੱਚਾ ਹੈ ਨਾ, ਜਦੋਂ 10 ਮਹੀਨਿਆਂ ਦਾ ਹੁੰਦਾ ਹੈ, ਉਦੋਂ ਇਸ ਸੰਸਾਰ ਦੇ ਵਿੱਚ ਉਸ ਦਾ ਜਨਮ ਹੁੰਦਾ ਹੈ। ਜਿੰਨਾ ਚਿਰ ਤੱਕ ਮਾਤਾ ਦੇ ਉਦਰ ਦੇ ਵਿੱਚ ਰਹਿੰਦਾ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਬਾਣੀ ਦਾ ਇਹ ਵਚਨ ਹੈ ਕਿ ਉਸ ਬੱਚੇ ਦੀ ਜਿਹੜੀ ਲਿਵ ਹੈ, ਉਹ ਵਾਹਿਗੁਰੂ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਜੁੜੀ ਹੁੰਦੀ ਹੈ। ਇਸ ਸੰਸਾਰ ਦੀ ਉਸ ਨੂੰ ਕੋਈ ਸੁੱਧ ਨਹੀਂ, ਉਸ ਨੂੰ ਕੋਈ ਗਿਆਨ ਨਹੀਂ। ਵਾਹਿਗੁਰੂ ਪ੍ਰਮਾਤਮਾ ਜੋ ਉਸ ਦੇ ਸਰੀਰ ਦੇ ਵਿੱਚ ਸਵਾਸ ਚੱਲ ਰਹੇ ਹਨ, ਉਹਨਾਂ ਸਵਾਸਾਂ ਨੂੰ ਚੱਲਣ ਦੇ, ਰੱਖਣ ਦੇ ਵਾਸਤੇ ਜੋ ਮਾਤਾ ਛਕਦੀ ਹੈ, ਉਸ ਦੇ ਵਿੱਚੋਂ ਉਸ ਭੋਜਨ ਦਾ ਆਧਾਰ, ਆਸਰਾ ਉਸ ਬੱਚੇ ਤੱਕ ਪਹੁੰਚਦਾ ਹੈ। ਬੱਚਾ ਜੀਵਤ ਰਹਿੰਦਾ ਹੈ ਤੇ ਉਹ ਪਰਮੇਸ਼ਰ ਦਾ ਨਾਮ ਹੀ ਜਪਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਆਪ ਪੜ੍ਹਦੇ ਹੋ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ। ਸਤਿਗੁਰੂ ਕਹਿੰਦੇ, ਜਿਵੇਂ ਬੱਚੇ ਦਾ ਇਸ ਸੰਸਾਰ ਦੇ ਵਿੱਚ ਜਨਮ ਹੁੰਦਾ ਹੈ ਨਾ, ਉਵੇਂ ਉਹ ਜਿਹੜੀ ਲੰਮੇ ਅਰਸ਼ੇ ਤੋਂ ਪਰਮੇਸ਼ਰ ਦੇ ਨਾਲ ਲਿਵ ਜੁੜੀ ਹੁੰਦੀ ਹੈ, ਉਹ ਛੁੜਕ ਜਾਂਦੀ ਹੈ, ਉਹ ਟੁੱਟ ਜਾਂਦੀ ਹੈ। ਹੁਣ ਕਿਸੇ ਚੀਜ਼ ਦੇ ਨਾਲ ਬੱਚਾ ਲੰਮੇ ਸਮੇਂ ਤੋਂ ਬੱਝਾ ਹੋਵੇ, ਪਿਆਰ ਕਰਦਾ ਹੋਵੇ, ਪਰ ਇੱਕੇ ਦਮ ਜਿਹੜਾ ਵਿਛੋੜਾ ਹੈ ਉਹ ਪਤਾ ਨਹੀਂ ਕਿੰਨੇ ਚਿਰ ਦਾ ਪੈਣਾ ਹੋਵੇ, ਤੇ ਸੁਭਾਵਿਕ ਹੈ ਕਿ ਬੱਚਾ ਰੋਂਦਾ ਤੇ ਕੁਰਲਾਉਂਦਾ ਹੈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੀ ਪੌੜੀ ਦੇ ਵਿੱਚ ਜ਼ਿਕਰ ਕੀਤਾ, ਕਹਿਣ ਲੱਗੇ, ਉਹ ਰੋਵੇ ਦੁੱਖ ਆਪਣੇ, ਹੱਸ ਹੱਸ ਗਾਵੇ ਸਭ ਪਰਿਵਾਰ। ਇਹ ਜਿਸ ਵੇਲੇ ਲਿਵ ਛੁੜਕਦੀ ਹੈ, ਲਿਵ ਟੁੱਟਦੀ ਹੈ, ਬੱਚੇ ਦਾ ਸੰਸਾਰ ਦੇ ਵਿੱਚ ਜਨਮ ਹੁੰਦਾ ਹੈ ਪ੍ਰਸੂਤਾ ਵਾਯੂ ਦੇ ਦੁਆਰਾ, ਤੇ ਜੇ ਉਸ ਵੇਲੇ ਵੀ ਲਿਵ ਪਰਮੇਸ਼ਰ ਦੇ ਨਾਲ ਜੁੜੀ ਰਵੇ ਤੇ ਦੁਨੀਆ ਦੇ ਲੋਕ ਕਹਿੰਦੇ ਇਹ ਬੱਚਾ ਨਵਾਂ ਨਰੂਆ ਨਹੀਂ ਹੈ, ਕਿਉਂਕਿ ਇਸ ਨੇ ਅਜੇ ਤੱਕ ਕਿਲਕਾਰੀ ਨਹੀਂ ਮਾਰੀ।
ਇਹ ਅਜੇ ਤੱਕ ਰੋਇਆ ਨਹੀਂ ਹੈ। ਜਿਸ ਵੇਲੇ ਬੱਚਾ ਕਿਲਕਾਰੀ ਮਾਰਦਾ ਹੈ, ਜਿਸ ਵੇਲੇ ਬੱਚਾ ਰੋਂਦਾ ਹੈ, ਤੁਸੀਂ ਸਾਰੇ ਇਸ ਗੱਲ ਨੂੰ ਜਾਣਦੇ ਹੋ, ਉਸ ਵੇਲੇ ਤੋਂ ਪਰਿਵਾਰਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਕਿ ਤੇਰੇ ਘਰੇ ਬੱਚੇ ਨੇ ਜਨਮ ਵੀ ਲਿਆ ਹੈ ਤੇ ਉਹ ਬੱਚਾ ਨਵਾਂ ਨਰੋਆ ਵੀ ਹੈ, ਕਿਉਂਕਿ ਉਸਨੇ ਕਿਲਕਾਰੀ ਮਾਰਤੀ ਹੈ। ਪਰ ਭਾਈ ਗੁਰਦਾਸ ਜੀ ਨੇ ਕਿਆ ਕਹਿਣ ਲੱਗੇ, ਉਹ ਵਿਚਾਰਾ ਆਪਣੇ ਦੁੱਖ ਰੋ ਰਿਹਾ ਹੁੰਦਾ ਹੈ ਵੀ ਕਿੱਥੇ ਤੇ ਸਵਾਸ ਮੈਂ ਵਾਹਿਗੁਰੂ ਪ੍ਰਮਾਤਮਾ ਦਾ ਸਿਮਰਨ ਕਰ ਰਿਹਾ ਸੀ, ਚੇਤੇ ਕਰ ਰਿਹਾ ਸੀ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਜੈਤਸਰੀ ਦੀ ਵਾਰ ਦੇ ਵਿੱਚ ਮੁਖ ਤਲੇ ਹੈ, ਪੈਰ ਉੱਪਰ ਹੈ, ਵਸੰਦੋ ਕੋਹਥੜੇ ਥਾਏ, ਨਾਨਕ ਸੋ ਧਨੀ ਕਿਉਂ ਵਿਸਾਰਿਓ ਉਧਰੇ ਜਿਸ ਦੇ ਨਾਏ। ਜਿਸ ਜਗ੍ਹਾ ਦੇ ਉੱਪਰ ਕਿਸੇ ਦੀ ਪਹੁੰਚ ਨਹੀਂ ਹੈ, ਅਪਹੁੰਚ ਹੈ ਦੁਨੀਆ ਦੇ ਲੋਕਾਂ ਦੀ ਤਾਕਤ, ਉੱਥੋਂ ਤੱਕ ਉੱਥੇ ਵਾਹਿਗੁਰੂ ਪ੍ਰਮਾਤਮਾ ਇਸ ਜੀਵ ਦੀ ਪਾਲਣਾ ਕਰਦਾ ਹੈ ਤੇ ਉਹ ਕੀਤੀ ਹੋਈ ਪ੍ਰਤਪਾਲਨਾ ਦੇ ਸਹਿਤ ਇਸ ਦਾ ਸਰੀਰ ਨਵਾਂ ਨਰੋਆ ਰਹਿੰਦਾ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਅਦਭੁਤ ਜੀ ਖੇਡ ਵਰਤੀ। ਜਿਸ ਵੇਲੇ ਮਾਤਾ ਦੇ ਉਦਰ ਦੇ ਵਿੱਚੋਂ ਬੱਚੇ ਦਾ ਜਨਮ ਹੋਇਆ, ਜਿਸ ਵੇਲੇ ਜਨਮ ਹੋਇਆ ਉਸ ਵੇਲੇ ਉਹ ਲੇਵ ਸੀ ਟੁੱਟਣੀ ਸ਼ੁਰੂ ਹੋ ਗਈ। ਹੁਣ ਸੁਭਾਵਿਕ ਹੈ ਜਿਹੜੀ ਲੇਵ, ਜਿਹੜੀ ਸੁਰਤ ਪਰਮੇਸ਼ਰ ਦੇ ਨਾਲ ਜੁੜੀ, ਜੇ ਉਹ ਟੁੱਟੀ ਤੇ ਉਹ ਕਿੱਥੇ ਜੁੜੀ ਜਾ ਕੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਜਿਹੜਾ ਵਾਹਿਗੁਰੂ ਪ੍ਰਮਾਤਮਾ ਸੀ, ਜਿਸ ਦੇ ਨਾਲ ਲਿਵ ਇਸ ਦੀ ਜੁੜੀ ਸੀ, ਜਿਸ ਦੇ ਨਾਲ ਇਸ ਦੀ ਲਿਵ ਬੱਝੀ ਹੋਈ ਸੀ, ਜਦੋਂ ਉਹ ਲਿਵ ਟੁੱਟੀ ਤੇ ਇਸ ਨੇ ਦੁਨੀਆ ਦੇ ਨਾਲ ਚਿੱਤ ਲਾ ਲਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਕਿਵੇਂ ਇਹ ਚਿੱਤ ਜੋੜਦਾ ਹੈ, ਉਸ ਚਿੱਤ ਜੋੜਨ ਦੀ ਪ੍ਰਕਿਰਿਆ ਕੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਮਾਝ ਕੀ ਵਾਰ ਦੇ ਵਿੱਚ ਬਚਨ ਕਹੇ, ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛਵੇਂ ਕਾਮ ਨ ਪੁੱਛੇ ਜਾਤ, ਸਤਵੇਂ ਸੰਜ ਕੀਆ ਕਰ ਵਾਸ, ਅਠਵੇਂ ਕ੍ਰੋਧ ਹੋਆ ਤਨ ਨਾਸ, ਨਾਵੇਂ ਧੌਲੇ ਉੱਬੇ ਸਾਹ, ਦਸਵੇਂ ਦੱਦਾ ਹੁਆ ਸੁਆ। ਜਿਵੇਂ ਇਸ ਦੀ ਸੁਰਤ ਦੀ ਪਹੁੰਚ ਅਗਾਹ ਤੱਕ ਜਾਂਦੀ ਰਹੀ, ਇਸ ਦੀ ਸੁਰਤ ਪਕੜ ਕਰਦੀ ਰਹੀ, ਬੱਚਾ 10 ਸਾਲਾਂ ਦਾ ਸੀ ਤੇ ਸਵਾਏ ਦੁੱਧ ਤੋਂ ਉਸ ਨੂੰ ਕੁਝ ਸੁੱਝਦਾ ਹੀ ਨਹੀਂ ਸੀ। ਹੁਣ 10 ਤੋਂ 20 ਸਾਲਾਂ ਦੇ ਵਿੱਚ ਪੈਰ ਰੱਖਿਆ, ਸ਼ਾਇਦ ਦੁੱਧ ਮਿਲੇ ਜਾਂ ਨਾ ਮਿਲੇ, ਪਰ ਜਦੋਂ ਉਸ ਦੀ ਮਾਂ ਜਾਂ ਉਸ ਦਾ ਪਿਓ ਉਸ ਦੀਆਂ ਅੱਖਾਂ ਉਤੋਂ ਓਲੇ ਹੁੰਦਾ ਹੈ, ਉਸੇ ਵੇਲੇ ਉਹ ਕਰਲਾਉਣਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਨਾਲ ਲੱਗਦਾ ਸ਼ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਬਾਣੀ ਦੇ ਵਿੱਚ ਇੱਕ ਹੋਰ ਉਚਾਰਿਆ, 10 ਬਾਲ ਤਨ 20 ਰਮਨ, 30 ਕਾ ਸੁੰਦਰ ਕਹਾਵੇ, 40 ਪੁਰ ਹੋਏ, 85 ਪੱਗ ਖਿਸੈ, 60 ਕੈ ਬੁਢੇਪਾ ਆਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਵੇਂ ਇਸ ਦੀ ਜ਼ਿੰਦਗੀ ਦੀ ਪ੍ਰਕਿਰਿਆ ਚੱਲਦੀ ਹੈ ਤੇ ਜ਼ਿੰਦਗੀ ਦੇ ਨਾਲ ਉਹ ਜਿਹੜੀ ਲਿਵ ਹੈ ਉਹ ਅੱਗੇ ਦੀ ਅੱਗੇ ਜਿਵੇਂ ਇਸ ਦੀ ਸੁਰਤ ਦੇ ਵਿੱਚ ਇਸ ਸੰਸਾਰ ਦਾ ਗਿਆਨ ਹੁੰਦਾ ਹੈ ਨਾ, ਤਿਵੇਂ ਇਸ ਸੰਸਾਰ ਨੂੰ ਆਪਣਾ ਸਮਝਣ ਲੱਗ ਪੈਂਦਾ ਹੈ, ਆਪਣਾ ਜਾਣਨ ਲੱਗ ਪੈਂਦਾ ਹੈ, ਜਿਸ ਦੇ ਕਾਰਨ ਪਰਮੇਸ਼ਰ ਤੋਂ ਇਸ ਦਾ ਜੀਵਨ ਕੋਹਾਂ ਦੂਰ ਹੋ ਜਾਂਦਾ ਹੈ। ਪਰ ਜੇ ਇਹ ਜਿੱਥੋਂ ਇਸ ਦੀ ਉਪਜ ਹੋਈ ਉਸ ਦੇ ਨਾਲ ਜੁੜਿਆ ਰਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਇਸ ਦਾ ਜੀਵਨ ਸਫਲ ਹੈ। ਹੁਣ ਬੱਚਾ ਤੇ ਅਣਜਾਣ ਹੈ, ਬੱਚਾ ਤੇ ਭੋਲਾ ਹੈ, ਬੱਚੇ ਨੇ ਉੱਥੇ ਕਿਵੇਂ ਜੁੜਨਾ ਹੈ ਜਾਂ ਬੱਚੇ ਨੂੰ ਉੱਥੇ ਕਿਵੇਂ ਲਾਇਆ ਜਾਣਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਹਿਤਨਾਮਿਆਂ ਦੇ ਵਿੱਚ ਬਚਨ ਕਹਿਣ ਲੱਗੇ, ਸਿੱਖ ਸਿੱਖਣੀਏ ਤੇਰੇ ਘਰੇ ਜੇ ਵਾਹਿਗੁਰੂ ਪ੍ਰਮਾਤਮਾ ਨੇ ਧੀ ਪੁੱਤ ਦੀ ਦਾਤ ਦਿੱਤੀ ਹੈ ਨਾ, ਕੇਵਲ ਤੇ ਕੇਵਲ
ਉਸ ਦੇ ਸਰੀਰ ਦੀ ਪਰਵਿਸ਼ ਕਰਨਾ ਤੇਰਾ ਫਰਜ਼ ਨਹੀਂ ਹੈ। ਜੇ ਤੂੰ ਮੈਂ ਸਮਝ ਲਵੇਂ ਵੀ ਮੈਂ ਇਸ ਸੰਸਾਰ ਦੇ ਵਿੱਚ ਧੀਆਂ ਪੁੱਤਰਾਂ ਨੂੰ ਵਧੀਆ ਪਾਲ ਲਿਆ, ਵਧੀਆ ਪੜ੍ਹਾ ਲਿਆ, ਇਹ ਕਰਮ ਕਰਨਾ ਤੇਰਾ ਫਰਜ਼ ਸੀ, ਪਰ ਇਹ ਫਰਜ਼ ਨਿਭਾਉਂਦਿਆਂ ਆਪਣੇ ਧੀ ਪੁੱਤਰ ਨੂੰ ਨਾਲ ਧਰਮ ਸਿਖਾਉਣਾ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ, ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੇ ਅਪਾਰ, ਭਜਨ ਸਿਖਾਏ ਪੁੱਤਰ ਕੋ ਹਰ ਭਜ ਬਾਰੰਬਾਰ। ਕਿਸੇ ਦੇ ਘਰੇ ਧੀ, ਕਿਸੇ ਦੇ ਘਰੇ ਕੋਈ ਪੁੱਤ ਜਨਮ ਲਵੇ, ਜਿਸ ਵੇਲੇ ਉਸ ਦੀ ਸੁਰਤ ਦੇ ਵਿੱਚ ਥੋੜਾ ਬਹੁਤਾ ਗਿਆਨ ਪੈਦਾ ਹੋ ਜਾਵੇ, ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ ਉਸ ਦਿਨ ਤੋਂ ਹੀ ਉਸ ਨੂੰ ਉਪਦੇਸ਼ ਦੇਣਾ ਸ਼ੁਰੂ ਹੋ ਜਾਵੇ। ਇੱਕ ਗੱਲ ਚੇਤੇ ਰੱਖਿਓ, ਜੀਵਨ ਦੇ ਵਿੱਚ ਸਭ ਤੋਂ ਨਾਲੋਂ ਵੱਧ ਜਿਹੜੇ ਸੰਸਕਾਰ ਹਨ ਨਾ, ਧੀਆਂ ਪੁੱਤਰਾਂ ਦੇ ਜੀਵਨ ਦੇ ਉੱਪਰ ਮਾਤਾ ਪਿਤਾ ਦੇ ਹੁੰਦੇ। ਹੁਣ ਜੇ ਅਸੀਂ ਕਹੀਏ ਕਿ ਅਸੀਂ ਇਹ ਸਾਰਾ ਕੁਝ ਸਿਖਾਇਆ ਪਰ ਸਾਡਾ ਬੱਚਾ ਵਿਗੜ ਗਿਆ, ਇਹ ਕਦੇ ਨਹੀਂ ਹੋ ਸਕਦਾ। ਗੁਰ ਇਤਿਹਾਸ ਸਾਡੇ ਸਾਹਮਣੇ ਹੈ। ਭਾਈ ਸ਼ੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ। ਭਾਈ ਸ਼ੁਬੇਗ ਸਿੰਘ ਜੀ ਪੁੱਤਰ ਹਨ, ਵਾਹਿਗੁਰੂ ਪਿਤਾ ਹਨ, ਭਾਈ ਸ਼ਹਿਬਾਜ਼ ਸਿੰਘ ਜੀ ਪੁੱਤਰ ਹਨ। ਜਿਸ ਵੇਲੇ ਭਾਈ ਸ਼ਹਿਬਾਜ਼ ਸਿੰਘ ਨੂੰ ਜਿਹੜਾ ਕਾਜੀ ਸੀ ਪੜਾਉਣ ਵਾਲਾ, ਉਸਨੇ ਸੋਚਿਆ ਇਹਨਾਂ ਇਹ ਲਾਇਕ ਹੈ, ਕਿਉਂ ਨਾ ਹੋਵੇ ਧਰਮ ਤਬਦੀਲ ਕਰ ਲੈ, ਇਸ ਨੂੰ ਮੁਸਲਮਾਨ ਬਣਾ ਲਵਾਂ ਤੇ ਆਪਣੀ ਪੁੱਤਰੀ ਦਾ ਨਿਕਾਹ ਇਸ ਦੇ ਨਾਲ ਕਰ ਦਿੱਤਾ। ਭਾਈ ਸ਼ਹਿਬਾਜ਼ ਸਿੰਘ ਨੂੰ ਉਹ ਪੜਾਉਣ ਵਾਲੇ ਕਾਜੀ ਨੇ ਗੱਲ ਕਹੀ, ਕਹਿ ਲੱਗੇ ਸ਼ਹਿਬਾਜ਼ ਸਿੰਘਾ, ਐਵੇਂ ਤੇਰਾ ਪਿਤਾ ਕੀ ਨੌਕਰੀ ਚਾਕਰੀ ਕਰਦਾ ਫਿਰਦਾ ਹੈ, ਜੇ ਤੂੰ ਮੇਰੀ ਗੱਲ ਮੰਨੇ ਮੈਂ ਆਪਣੀ ਪੁੱਤਰੀ ਨੂੰ ਤੇਰੇ ਨਾਲ ਵਿਆਹ ਵੀ ਦਵਾਂਗਾ, ਨਿਕਾਹ ਵੀ ਕਰ ਦਵਾਂਗਾ, ਤੈਨੂੰ ਕਿਸੇ ਨਾ ਕਿਸੇ ਪਾਸੇ ਦਾ ਰਿਆਸਤੀ ਰਾਜਾ ਬਣਾ ਦਵਾਂਗਾ, ਪਰ ਇਸ ਦੇ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ। ਸ਼ਹਿਬਾਜ਼ ਸਿੰਘ ਕਹਿਣ ਲੱਗਾ ਕਾਜੀ ਜੀ ਕੀ ਕਰਨਾ ਹੈ? ਕਹਿੰਦੇ ਤੂੰ ਮੁਸਲਮਾਨੀ ਮੱਤ ਦੇ ਵਿੱਚ ਆ ਜਾ। ਇਹ ਗੱਲ ਸੁਣੀ ਸ਼ਹਿਬਾਜ਼ ਸਿੰਘ ਗੁੰਮ ਹੋ ਗਿਆ, ਆਪਣੇ ਵਾਪਸ ਘਰ ਦੇ ਵਿੱਚ ਆਇਆ। ਸਿੱਖ ਇਤਿਹਾਸ ਨੂੰ ਪੜ੍ਹ ਕੇ ਵੇਖੋ, ਪਿਤਾ ਦੇ ਨਾਲ ਗੱਲ ਸਾਂਝੀ ਕੀਤੀ, ਪਿਤਾ ਜੀ ਜਿਨ੍ਹਾਂ ਦੇ ਪਾਸੋਂ ਤੁਸੀਂ ਮੈਨੂੰ ਵਿਦਿਆ ਪੜ੍ਹਨ ਦੇ ਵਾਸਤੇ ਭੇਜਦੇ ਸੀ, ਉਸ ਦੇ ਕਾਜੀ ਨੇ ਮੈਨੂੰ ਨਾਲ ਅੱਜ ਆਹ ਗੱਲ ਸ਼ੇਅਰ ਕੀਤੀ ਹੈ, ਅੱਜ ਆਹ ਗੱਲ ਕਹੀ ਹੈ। ਪਿਤਾ ਭਾਈ ਸ਼ੁਬੇਗ ਸਿੰਘ ਨੇ ਆਪਣੇ ਪੁੱਤਰ ਦਾ ਸਿਰ ਪਲੋਸਿਆ, ਕਹਿਣ ਲੱਗੇ ਨਾਨਾ ਪੁੱਤਰਾ, ਆਪਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖੀ ਦਿੱਤੀ ਹੈ। ਸਿੱਖੀ ਨਾਲੋਂ ਵੱਡਾ ਸੰਸਾਰ ਦੇ ਵਿੱਚ ਕੁਝ ਨਹੀਂ। ਵੇਖ ਸਤਿਗੁਰੂ ਸਾਹਿਬ ਜੀ ਦੇ ਛੋਟੇ ਛੋਟੇ ਫਰਜ਼ੰਦ, ਤੇਰੀ ਤੇ ਉਮਰ ਹੈ ਅਜੇ, ਉਹ 5 ਸਾਲ ਤੇ 7 ਸਾਲ ਦੀ ਆਯੂ ਸੀ ਉਹਨਾਂ ਦੀ, ਪਰ ਉਹਨਾਂ ਨੂੰ ਵੀ ਐਵੇਂ ਲੋਭ ਲਾਲਚ ਕਿਸੇ ਵੇਲੇ ਸੂਬੇ ਦੀ ਕਚਹਿਰੀ ਦੇ ਵਿੱਚ ਦਿੱਤੇ ਗਏ, ਪਰ ਉਹਨਾਂ ਆਪਣਾ ਧਰਮ ਤਬਦੀਲ ਨਹੀਂ ਸੀ ਕੀਤਾ। ਅਸੀਂ ਤੂੰ ਉਹਨਾਂ ਦਾ ਭਰਾ ਹੈ, ਅਸੀਂ ਉਹਨਾਂ ਦੀ ਅੰਸ਼ ਹਾਂ, ਅਸੀਂ ਉਹਨਾਂ ਦੇ ਪਾਲੇ ਹੋਏ ਧਰਮ ਨੂੰ ਦਾਗ ਨਹੀਂ ਲਾਉਣਾ। ਤਾਂ ਇਤਿਹਾਸ ਪੜ੍ਹ ਕੇ ਦੇਖੋ ਗੁਰਸਿੱਖੋ, ਪ੍ਰਕਿਰਿਆ ਐਵੇਂ ਚੱਲੀ। ਆਖਰਕਾਰ ਨੂੰ ਕਾਜੀ ਨੇ ਇਹ ਗੱਲ ਕਹਿਤੀ, ਜਾਂ ਤੇ ਚਰਖੜੀ ਤੇ ਚੜਨਾ ਪਵੇਗਾ ਜਾਂ ਮੇਰੀ ਪੁੱਤਰੀ ਦੇ ਨਾਲ ਤੂੰ ਆਪਣੇ ਪੁੱਤਰ ਸ਼ਹਿਬਾਜ਼ ਸਿੰਘ ਦਾ ਤੈਨੂੰ ਨਿਕਾਹ ਕਰਾਉਣਾ ਪਵੇਗਾ। ਭਾਈ ਸ਼ੁਬੇਗ ਸਿੰਘ ਜੀ ਕਹਿਣ ਲੱਗੇ ਕਿ ਸਾਨੂੰ ਚਰਖੜੀ ਤੇ ਚੜਨਾ ਤੇ ਮਨਜ਼ੂਰ ਹੈ, ਚਰਖੜੀ ਦੇ ਦੰਦਿਆਂ ਦੇ ਵਿੱਚ ਇਹ ਸਰੀਰ ਪਜਾਉਣਾ ਤੇ ਮਨਜ਼ੂਰ ਹੈ, ਪਰ ਧਰਮ ਤਬਦੀਲ ਕਰਨਾ, ਲੋਭ ਲਾਲਚ ਦੇ ਇਹ ਸਾਡੇ ਹਿੱਸੇ ਨਹੀਂ ਆਇਆ। ਕਾਜੀ ਫੇਰ ਪਾਸ ਆਇਆ, ਕਿਉਂਕਿ ਸ਼ਾਮ ਦਾਮ ਦੰਡ ਭੇਦ ਹੁੰਦੇ ਕਿਸੇ ਦਾ ਧਰਮ ਤਬਦੀਲ ਕਰਨ ਦੇ ਵਾਸਤੇ। 4 ਤਰ੍ਹਾਂ ਦੀ ਨੀਤੀ ਹੈ। ਕਹਿ ਲੱਗਿਓ ਸ਼ੁਬੇਗ ਸਿੰਘਾ, ਤੈਨੂੰ ਪਤਾ ਤੇਰੀ ਕੁੱਲ ਨਾਸ਼ ਹੋ ਜਾਣੀ, ਤੈਨੂੰ ਕੱਲੇ ਨੂੰ ਨਹੀਂ ਚਰਖੜੀ ਤੇ ਚਾੜਨਾ। 2 ਚਰਖੜੀਆਂ, ਇੱਕ ਪਾਸੇ ਪਿਤਾ ਹੋਵੇਗਾ ਤੇ ਦੂਸਰੇ ਪਾਸੇ ਪੁੱਤਰ ਹੋਵੇਗਾ, ਤੇਰੀ ਕੁੱਲ ਨਾਸ਼ ਹੋ ਜਾਵੇਗੀ ਜੇ ਤੂੰ ਮੇਰੀ ਗੱਲ ਨਾ ਮੰਨੀ। ਧੰਨ ਭਾਈ ਸ਼ੁਬੇਗ ਸਿੰਘ ਨੇ ਬਚਨ ਕਿਹਾ, ਕਹਿ ਲਗੇ ਹਮ ਕਾਰਨ ਗੁਰ ਕੁਲੇ ਗਵਾਈ, ਹਮ ਕੁਲ ਰਾਖੇ ਕਵਨ ਵਡਾਈ। ਕਹਿੰਦੇ ਭੁੱਲ ਗਏ ਕਾਜੀ,
ਸਾਡੇ ਕਾਰਨ ਧਰਮੀ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਪੰਥ ਦੇ ਪਾਤਸ਼ਾਹ, ਪੰਥ ਦੇ ਵਾਰਸ ਹਨ, ਉਹਨਾਂ ਨੇ ਕੁੱਲ ਗਵਾਤੀ ਤੇ ਬਚਨ ਕਿਹਾ ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੇ ਕਰਤਾਰਾ। ਜੇ ਉਹਨਾਂ ਦੇ ਧਰਮ ਦੇ ਵਾਰਸ ਆਪਣੀ ਕੁੱਲ ਰੱਖਣ ਦੇ ਵਾਸਤੇ, ਸੰਤਾਨ ਰੱਖਣ ਦੇ ਵਾਸਤੇ ਜਾਂ ਕੁੱਲ ਵਧਾਉਣ ਦੇ ਵਾਸਤੇ ਇਸ ਸੰਸਾਰ ਦੇ ਵਿੱਚ ਧਰਮ ਛੱਡ ਦੇਣ, ਦੁਨੀਆ ਦੇ ਲੋਕ ਸਾਨੂੰ ਕੀ ਕਹਿਣਗੇ? ਫਿਰ ਜਦੋਂ ਚਰਖੜੀ ਤੇ ਚਾੜਨ ਲੱਗੇ, ਭਾਈ ਸ਼ਹਿਬਾਜ਼ ਸਿੰਘ ਦਾ ਇੱਕ ਵਾਰ ਮਨ ਕੰਬਿਆ। ਭਾਈ ਸ਼ੁਬੇਗ ਸਿੰਘ ਨੂੰ ਪਤਾ ਲੱਗਣਾ, ਆਪਣੇ ਚਰਨਾਂ ਦਾ ਜੋੜਾ ਲਾ ਕੇ ਗੁਰਸਿੱਖ ਨੇ ਭਾਈ ਸ਼ਹਿਬਾਜ਼ ਸਿੰਘ ਦੇ ਮੱਥੇ ਤੇ ਲਾਇਆ। ਉਹ ਚਰਨਾਂ ਦੇ ਜੋੜੇ ਦੀ ਐਸੀ ਸ਼ੋਭ ਪ੍ਰਾਪਤ, ਚਰਖੜੀ ਤੇ ਤਾਂ ਚੜ ਗਏ ਪਰ ਹਾਏ ਸੀ ਨਹੀਂ ਉਚਾਰਿਆ। ਇਹ ਸਿੱਖਿਆ ਕਿਹਦੀ ਸੀ? ਇੱਕ ਪਿਤਾ ਦੀ। ਭਾਈ ਗੁਰਦਾਸ ਜੀ ਨੂੰ ਪੜ੍ਹੀਏ ਤੇ ਭਾਈ ਗੁਰਦਾਸ ਜੀ ਨੇ ਇੱਕ ਭਗਤ ਦਾ ਜ਼ਿਕਰ ਕੀਤਾ ਹੈ, ਜਿਸ ਭਗਤ ਦਾ ਨਾਮ ਹੈ ਭਗਤ ਧਰੂ। ਜਦੋਂ ਇਤਿਹਾਸ ਪੜ੍ਹਦੇ ਆ ਭਗਤਮਾਲਾ ਦੇ ਵਿੱਚ ਇਸ ਦੇ ਪਿਤਾ ਦਾ ਨਾਮ ਰਾਜਾ ਉਤਾਨਪਾਦ ਆਉਂਦਾ ਹੈ। ਇਸ ਦੀਆਂ ਦੋ ਰਾਣੀਆਂ ਸਨ, ਇੱਕ ਦਾ ਨਾਮ ਸੁਰੁਚੀ ਸੀ ਤੇ ਦੂਸਰੀ ਦਾ ਨਾਮ ਸੁਨੀਤਾ ਸੀ। ਜਿਸ ਵੇਲੇ ਰਾਜੇ ਉਤਾਨਪਾਦ ਨੇ ਦੂਸਰੀ ਜਿਹੜੀ ਇਸਤਰੀ ਸੀ ਉਸ ਨੂੰ ਪਰਨਾਇਆ, ਵਿਆਹਿਆ ਤੇ ਪਹਿਲੀ ਦੇ ਘਰ ਦੇ ਵਿੱਚ ਸੰਤਾਨ ਸੀ, ਉਸ ਨੇ ਆਪਣੇ ਪੁੱਤਰ ਦਾ ਨਾਮ ਧਰੂ ਰੱਖਿਆ ਹੋਇਆ ਸੀ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਜਿਹੜੀ ਗਾਥਾ ਹੈ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਲਿਖੀ ਹੈ, ਪਰ ਆਪਾਂ ਪ੍ਰਕਰਨ ਦੇ ਨਾਲ ਸੰਬੰਧਿਤ ਬਚਨ ਕਰਨੇ। ਇੱਕ ਦਿਨ ਆਪਣੇ ਹਾਣੀਆਂ ਦੇ ਨਾਲ ਖੇਡਦਾ ਹੋਇਆ ਭਗਤ ਧਰੂ ਆਪਣੇ ਪਿਤਾ ਰਾਜੇ ਉਤਾਨਪਾਦ ਦੀ ਗੋਦ ਦੇ ਵਿੱਚ ਆਣ ਕੇ ਬੈਠ ਗਿਆ। ਸੁਭਾਵਿਕ ਸੀ ਜਿਹੜੀ ਦੂਸਰੀ ਰਾਣੀ ਸੀ ਉਸ ਦੇ ਮਨ ਦੇ ਵਿੱਚ ਈਰਖਾ ਉਤਪਤ ਹੋਈ ਕਿ ਦੇਖੋ ਬਾਹਰੋਂ ਖੇਡਦਾ ਆਇਆ ਹੈ ਤੇ ਇਸ ਦਾ ਜਿਹੜਾ ਸਿਰ ਹੈ, ਇਸ ਦਾ ਪਿਤਾ ਵੀ ਪਲੋਸ ਰਿਹਾ ਹੈ, ਹੋਵੇ ਨਾ ਕਿ ਜਿਹੜਾ ਰਾਜ ਭਾਗ ਰਾਜਾ ਉਤਾਨਪਾਦ ਆਪਣੇ ਪੁੱਤਰ ਧਰੂ ਨੂੰ ਦੇ ਦੇਵੇ। ਜਿਸ ਵੇਲੇ ਉਸ ਨੇ ਤੱਕਿਆ ਤੇ ਉਹ ਰਾਣੀ ਰਾਜੇ ਉਤਾਨਪਾਦ ਦੇ ਪਾਸ ਆਈ। ਭਾਈ ਗੁਰਦਾਸ ਜੀ ਕਹਿੰਦੇ ਮਤਰੇਈ ਦੇ ਪੁੱਤਰ ਨੂੰ ਉਸ ਰਾਣੀ ਨੇ ਬਾਹੋਂ ਫੜਿਆ, ਅਜੇ ਬਾਲਕ ਸੀ, 5 ਸਾਲ ਦੀ ਉਮਰ ਸੀ। ਹਜੋਕਾ ਮਾਰ ਕੇ ਆਪਣੇ ਪਿਤਾ ਦੀ ਗੋਦ ਦੇ ਵਿੱਚੋਂ ਉਹਨੂੰ ਉਠਾਇਆ ਤੇ ਨਾਲ ਹੀ ਨਾਲ ਬਚਨ ਕਹਵੇ ਧਰੂ ਇਸ ਗੋਦ ਦਾ ਤੂੰ ਹੱਕਦਾਰ ਨਹੀਂ। ਕਹਿੰਦੇ ਜੀ ਮੇਰਾ ਪਿਤਾ ਹੈ। ਉਸਨੇ ਸੁਭਾਵਿਕ ਕਿਹਾ, ਕਹਿ ਲੱਗੇ ਇਸ ਗੋਦ ਦਾ ਤੂੰ ਤਾਂ ਹੱਕਦਾਰ ਸੀ ਜੇ ਮੇਰੀ ਕੁੱਖ ਦੇ ਵਿੱਚੋਂ ਜਨਮ ਲੈਂਦਾ। ਹੁਣ ਤੂੰ ਨਹੀਂ ਇਸ ਗੋਦ ਦਾ ਹੱਕਦਾਰ ਰਿਹਾ। ਇਸ ਗੋਦ ਦੇ ਵਿੱਚ ਵੀ ਤੇ ਇਸ ਤਖਤ ਦੇ ਉੱਪਰ ਵੀ ਮੇਰਾ ਪੁੱਤਰ ਬਵੇਗਾ। ਤੂੰ ਇਸ ਗੋਦ ਦੇ ਵਿੱਚ ਅੱਜ ਤੋਂ ਬਾਅਦ ਬਹਿਣਾ ਨਹੀਂ। ਭਾਈ ਗੁਰਦਾਸ ਜੀ ਨੇ ਸਾਰਾ ਇਹ ਜਿਹੜਾ ਪ੍ਰਸੰਗ ਹੈ ਵਾਰ ਦੀ ਪੌੜੀ ਦੇ ਵਿੱਚ ਲਿਖਿਆ। ਭਾਈ ਗੁਰਦਾਸ ਜੀ ਕਹਿੰਦੇ ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਪੁੱਛੜ ਲੀਤਾ। ਧਰੂ ਹੱਸਦਾ ਹਾਣੀਆਂ ਦੇ ਨਾਲ ਖੇਡਦਾ ਹੋਇਆ ਆਪਣੇ ਘਰ ਦੇ ਵਿੱਚ ਆਇਆ ਤੇ ਆਉਂਦਿਆਂ ਸਾਰ ਜਦੋਂ ਖਿੜਿਆ ਹੋਇਆ ਜਿਹੜਾ ਆਪਣੇ ਪੁੱਤਰ ਦਾ ਵੇਖਿਆ, ਰਾਜੇ ਉਤਾਨਪਾਦ ਦਾ ਜੀ ਕੀਤਾ। ਉਸਨੇ ਆਪਣੀ ਗਲਵਕੜੀ ਦੇ ਵਿੱਚ ਲਿਆ, ਪ੍ਰੇਮ ਦੇ ਨਾਲ ਸਿਰ ਪਲੋਸਿਆ ਤੇ ਆਪਣੀ ਗੋਦ ਦੇ ਵਿੱਚ ਬਿਠਾਇਆ। ਪਰ ਜਦੋਂ ਇਹ ਸਾਰਾ ਕੁਝ ਮਤਰੇਈ ਨੇ ਵੇਖਿਆ ਤਾਂ ਭਾਈ ਗੁਰਦਾਸ ਜੀ ਕਹਿੰਦੇ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ। ਉਹ ਰੋਹ ਨਾਲ ਗੁੱਸੇ ਨਾਲ ਭਰ ਗਈ। ਉਹਨੇ ਬਾਹ ਤੋਂ ਖਿੱਚਿਆ ਤੇ ਉਠਾ ਕੇ ਇਹ ਗੱਲ ਕਹੀ ਵੀ ਨਾ ਤੂੰ ਗੋਦ ਦਾ ਹੱਕਦਾਰ ਹੈ ਤੇ ਨਾ ਤੂੰ ਤਖਤ ਦਾ ਹੱਕਦਾਰ ਹੈ। ਇਹ ਗੱਲ ਮਨ ਦੇ ਵਿੱਚੋਂ ਵਿਸਾਰ ਦੇ। ਜਦੋਂ ਇੰਨੀ ਗੱਲ ਹੋਈ, ਸੁਭਾਵਿਕ 5 ਸਾਲਾਂ ਦਾ ਬੱਚਾ ਸੀ, ਇੱਕੇਦਮ ਹਜੋਕਾ ਮਾਰਿਆ, ਬਾਹ ਨੂੰ ਵੀ ਖਿੱਚ ਪਈ ਹੋਵੇਗੀ, ਰੋਣਾ ਸ਼ੁਰੂ ਕਰਤਾ। ਘਰ ਦੇ ਵਿੱਚ ਆਇਆ, ਮਾਂ ਦੀ ਗੋਦ ਦੇ ਵਿੱਚ ਆਣ ਕੇ ਬੈਠਾ ਤੇ ਮਾਂ ਕਹਿਣ ਲੱਗੀ ਪੁੱਤਰ ਧਰੂ ਕੀ ਗੱਲ ਹੋਈ, ਰੋ ਕਿਉਂ ਰਿਹਾ ਹੈ? ਹਟਕੋਰੇ ਲੈਂਦਿਆਂ ਇਹ ਗੱਲ ਮਾਂ ਨੂੰ ਕਹੀ, ਮਾਂ ਦੱਸ ਤੂੰ ਮੇਰੇ ਪਿਤਾ ਦੇ ਕੋਲ ਰਾਣੀ ਵਿਆਹੀ ਆਈ ਸੀ ਕਿ ਉਸ ਘਰ ਦੀ ਗੋਲੀ ਹੈ? ਜੇ ਤੇ ਰਾਣੀ ਹੈ ਫਿਰ ਦੂਸਰੀ ਦਾ ਜਿੰਨਾ ਹੱਕ ਹੈ ਉਹਨਾਂ ਮੇਰਾ ਹੱਕ ਹੈ ਉਸ ਗੋਦ ਦੇ ਵਿੱਚ।
ते जे बोली है ते फिर मैं गलती की। ਤਾਂ ਉਸ ਵੇਲੇ ਮਾਂ ਕਹਿਣ ਲੱਗੀ ਪੁੱਤਰ ਗੱਲ ਕੀ ਹੋਈ, ਸਾਰੀ ਗੱਲ ਦੱਸੀ। ਤੇ ਉਸ ਵੇਲੇ ਸਿਆਣੀ ਮਾਂ ਨੇ ਕੋਈ ਈਰਖਾ ਵਾਲਾ ਬਚਨ ਨਹੀਂ ਆਪਣੇ ਪੁੱਤਰ ਨੂੰ ਸਿਰ ਪਲੋਸਦਿਆਂ ਹੋਇਆ ਕਿਹਾ, ਪੁੱਤਰਾ ਮੈਂ ਇੱਕ ਰਾਜਿਆਂ ਦੇ ਘਰੇ ਜੰਮੀ, ਤਾਂ ਰਾਜ ਘਰਾਣੇ ਦੇ ਵਿੱਚ ਪਰਨਾਈ ਗਈ, ਵਿਆਹੀ ਗਈ, ਆਈ ਮੈਂ ਉਤਾਨਪਾਦ ਦੇ ਘਰੇ ਰਾਣੀ ਬਣ ਕੇ ਸਾਂ, ਪਰ ਬਦਕਿਸਮਤੀ ਰਾਣੀ ਹੁੰਦਿਆਂ ਹੋਇਆਂ मैं परमेश्वर का शुक्र सिजदा नहीं किया, परमेश्वर नूं याद नहीं किया, तां मेरे नाल एक गोलियां वाला व्यवहार हो रहा है। भाई गुरदास जी ने बचन किया, डड्डो लिका हटकोरे लेंदे आ। मां पूछे तू सुआणी है कि सुनीता, गोली है कि रानी है? ते उस वेले मां ने क्या, सुआणी हां मैं जन्मदी, नाम ना भगती कर्म दृढ़ीता। एक राज घराने दे विच मेरा जन्म होया, सुभाविक मैं राजे दे नाल विआही गई, राज घराने दी वारस सां, इत्थे भी रानी सदवाई, पर रानी हुंदियां मैं परमेश्वर दा नाम नहीं जपिया, कोई चंगा कर्म नहीं कीता, मेरे जेड़े पहले चंगे कर्म सन वो खत्म हो गए, हुण तां मेरे नाल गोलियां वाला व्यवहार हो रहा। हुण एक प्रश्न होर सी मन दे विच, क्योंकि उसने ये गल कही सी भी ना तू इस तखत का हकदार है ते ना ही इस गोद का हकदार। मां नूं पुछण लगा, मां एक सवाल मेरे मन दे विच होर है। भगत जी कहण लगे, किस उद्यम ते राज मिले, सतरू ते सब होवन मीत। मैं केड़ा उद्यम करा, केड़ा उपराला यतन करा जिस दे नाल मैनूं राज भाग दी प्राप्ति हो जाए। ते नाल अगला बचन क्या, शत्रु ते सब होवन मीता, जेड़े मेरे वैरी बने फिरदे हो मेरे मित्र बन जाण। हुण सुभाविक है जे एक राजा बनया ते दूसरा रियासती राजा उसदा वैरी हुंदा है, पर जेड़े शत्रु आ मेरे वैरी भी वो भी मित्र बन जाण। तां उस वेले मां ने सोचिया ये जगियासा हिरदे दे विच है इहदे, जैसा मैं इसनूं हुण उपदेश देता ਇਹਦੇ ਜੀਵਨ पर्यंत इस दे जीवन के ऊपर असर रहेगा। सिर पड़ोस के मां ने क्या, पुत्र परमेश्वर आराधी है, जिद्दू हुई है पतत पुनीता। पुत्र परमेश्वर का नाम आराध, जे तू राज भाग ते की कुल संसार कुल कायनात दा मालिक बन जावेगा, क्योंकि जेड़ा उसका नाम जपदा है उसनूं सारा कुछ इस संसार दे विच प्राप्त हो जाता है। तां गुरसिखो इतिहास पढ़ के देखो, अजे 5 साल की आयु सी भगत धरू दी, ते जिस वेले मां का उपदेश सुनिया अपना घर छड्डता, जंगलों नूं तुर पिया। नारद मुनि मिले, आण के उह तानपाद नूं कहा, उह तानपाद दुनिया के लोकां ने तैनूं चंगे नहीं कहना, एक पुत्र तेरा जंगलों दे विच कोई पशु पंछी जानवर उसनूं खा गया, तेरे सिर ते कलंक मढ़िया जाएगा। उतानपाद कह लगा, मेरे पुत्र नूं वापस ले आओ, बनदा जिहड़ा अद्धा राज भाग है उसनूं मैं दे देना। जिस वेले नारद मुनि जी वापस गए, कह लगे तू घर चल जा, तेनू अद्धा राज भाग मैं दवा देना। होर जीवन दे विच दृढ़ता विश्वास पैदा हो गया कि अजे ते तुरिया ही सां, अद्धा राज भाग मिलना शुरू हो गया, अजे परमेश्वर का नाम भी नहीं जपिया, जे मैं बंदगी कर लवां वाकई जेड़ी मां की सिक्ख्या के मुताबिक मैनू पता नहीं की कुछ मिल जाएगा। ओ मां की सिक्ख्या धन गुरु गुरु ग्रंथ साहिब महाराज सच्चे पातशाह जी की पावन पवित्र गुरबाणी नूं पढ़ो। गुरबाणी दे विच ध्रुव जी बेशक 5 साल की उम्र है, 5 वर्ष को अनाथ ध्रुव बालक, उस 5 साल की अवस्था वाले शरीर नूं धन गुरु गुरु रामदास महाराज जी ने भगत का दर्जा दिता। ये गुरसिखो एक मां की सिक्ख्या है और जीवन दे विच बड़ी असरदायक होंदी। आपां भगत फरीद जी की बाणी पढ़ते हैं, सत्कार दे नाल भगत जी उन्हां नूं कहने आ, उन्हां दा जदों आपां जीवन पढ़ के वेखीए, एक दिन मां की गोद दे विच बैठे हुए भगत जी फरीद जी, मां कहन लगी पुत्र परमेश्वर की नमाज अदा करया कर।
ਤੇ ਸੁਭਾਵਕ ਹੁਣ ਬੱਚੇ ਪੁੱਛ ਹੀ ਲੈਂਦੇ। ਫਰੀਦ ਜੀ ਕਹਿਣ ਲੱਗੇ, ਮਾਂ ਮੈਂ ਨਮਾਜ਼ ਅਦਾ ਕਰਕੇ ਸਿਜਦਾ ਕਰਿਆ ਕਰਾਂਗਾ, ਜਿਵੇਂ ਤੂੰ ਕਿਹਾ ਹੈ ਮੈਂ ਕਰਾਂਗਾ, ਪਰ ਰੱਬ ਮੈਨੂੰ ਕੀ ਦੇਵੇਗਾ? ਕੋਈ ਨਾ ਕੋਈ ਤੇ ਮਿਲਣਾ ਚਾਹੀਦਾ। ਮਾਂ ਨੇ ਸੋਚਿਆ ਇਹਦੇ ਮਨ ਦੇ ਵਿੱਚ ਲਾਲਚ ਹੈ, ਇਹਦੇ ਮਨ ਦੇ ਵਿੱਚ ਲਾਲਸਾ ਹੈ। ਅੱਜ ਜਿਵੇਂ ਆਪਾਂ ਚਾਕਲੇਟ ਦੇ ਦਿੰਨੇ ਆ, ਇਹੋ ਜਿਹੇ ਲਾਲਚ ਬੱਚਿਆਂ ਨੂੰ ਦੇ ਦਿੰਨੇ। ਉਦੋਂ ਸ਼ੱਕਰ ਹੁੰਦੀ ਸੀ, ਗੁੜ ਤੋਂ ਤਿਆਰ ਕੀਤੀ ਹੋਈ, ਇਹੋ ਹੀ ਉਸ ਸਮੇਂ ਦੀਆਂ ਚਾਕਲੇਟਾਂ ਸਨ। ਕਹਿਣ ਲੱਗੇ, ਪੁੱਤਰ ਜੇ ਤੂੰ ਪਰਮੇਸ਼ਰ ਦਾ ਸਿਜਦਾ ਕਰੇਗਾ ਨਾ ਨਮਾਜ਼ ਅਦਾ ਕਰਕੇ, ਜਿਹੜਾ ਮਸੱਲਾ ਵਿਛਾਵੇਂਗਾ ਉਸ ਮਸੱਲੇ ਹੇਠਾਂ ਪਰਮੇਸ਼ਰ ਸ਼ੱਕਰ ਦੀ ਪੁੜੀ ਦਿੰਦੇ ਬੱਚਿਆਂ ਨੂੰ। ਤੇ ਇਹਨੇ ਨਾਲ ਹੀ ਭਗਤ ਜੀ ਖੁਸ਼ ਹੋ ਗਏ। ਕਹਿੰਦੇ, ਮਾਂ ਫਿਰ ਤੇ ਮੈਂ ਜਿਵੇਂ 5 ਵਕਤ ਤੇ ਮੈਂ 5 ਵਕਤ ਕਰਾਂ ਤੇ 5 ਹੀ ਪੁੜੀਆਂ ਮਿਲਿਆ ਕਰਨਗੀਆਂ। ਭਗਤ ਫਰੀਦ ਜੀ ਦੀ ਮਾਂ ਕਹਿਣ ਲੱਗੀ, ਹਾਂ ਪੁੱਤਰ, ਨਮਾਜ਼ ਅਦਾ ਕਰਨੀ ਸ਼ੁਰੂ ਕੀਤੀ। ਉਹਨਾਂ ਦਾ ਜੀਵਨ ਪੜ੍ਹ ਕੇ ਵੇਖੋ। ਮਾਂ ਕਿਸੇ ਦਿਨ ਕੰਮ ਲੱਗੀ ਹੋਈ ਸੀ, ਉਹ ਚੇਤਾ ਭੁੱਲ ਗਿਆ ਵੀ ਸ਼ੱਕਰ ਦੀ ਪੁੜੀ ਵੀ ਰੱਖਣੀ ਹੈ। ਜਦੋਂ ਉਹ ਮਸੱਲਾ ਚੁੱਕਿਆ ਸਿਜਦਾ ਕਰਕੇ, ਹੇਠਾਂ ਸ਼ੱਕਰ ਹੀ ਵਿਛੀ ਹੋਈ। ਹੁਣ ਜਿਹੜੀ ਚੀਜ਼ ਜ਼ਿਆਦਾ ਛਕ ਲਈਏ, ਕਈ ਵਾਰ ਮਨ ਅੱਕ ਜਾਂਦਾ ਹੈ। ਅੱਜ ਇੰਨੀ ਸ਼ੱਕਰ ਛਕੀ, ਮਨ ਹੀ ਅੱਕ ਗਿਆ ਵੀ ਅੱਜ ਤੋਂ ਬਾਅਦ ਸ਼ੱਕਰ ਨਹੀਂ ਛਕਣੀ, ਪਰ ਪਰਮੇਸ਼ਰ ਦੀ ਭਗਤੀ ਜ਼ਰੂਰ ਕਰਨੀ ਹੈ। ਵਾਹਿਗੁਰੂ ਪ੍ਰਮਾਤਮਾ ਦੀ ਇੰਨੀ ਕਿਰਪਾ ਹੋਈ। 48 ਸਾਲਾਂ ਬਾਅਦ ਜਦੋਂ ਘਰ ਆਏ, ਮਾਂ ਨੇ ਸਿਰ ਪਲੋਸਿਆ ਵੀ ਜਿਹੜਾ ਮੈਂ ਕਰਮ ਵਾਲੇ ਪਾਸੇ ਲਾਇਆ ਸੀ, ਉਸ ਦੇ ਵਿੱਚ ਮੇਰੇ ਪੁੱਤਰ ਨੇ ਸਫਲਤਾ ਪ੍ਰਾਪਤ ਕੀਤੀ ਹੈ। ਆ ਪੁੱਤਰਾ, ਅੱਜ 12 ਸਾਲਾਂ ਬਾਅਦ ਘਰ ਆਇਆ ਹੈ, 48 ਸਾਲ ਹੋ ਗਏ ਤੈਨੂੰ ਬੰਦਗੀ ਕਰਦਿਆਂ ਹੋਇਆਂ, ਕੀ ਛਕਣਾ ਹੈ? ਆਪਣੇ ਪੁੱਤਰ ਦੇ ਵਾਸਤੇ ਘਿਓ ਸ਼ੱਕਰ ਲਿਆਵਾਂ, ਖੀਰ ਬਣਾਵਾਂ, ਦੁੱਧ ਬਣਾਵਾਂ, ਜਾਂ ਹੋਰ ਕੋਈ ਮਿੱਠੀ ਵਸਤੂ ਛਕਣੀ ਹੈ? ਇੱਕ ਸ਼ੱਕਰ ਦੀ ਪੁੜੀ ਦੇ ਆਸਰੇ ਲਾਇਆ ਹੋਇਆ ਇੱਕ ਮਾਂ ਨੇ ਬੱਚਾ ਅੱਜ ਜਦੋਂ ਉਹ ਭਗਤ ਬਣਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਉਸ ਦੇ ਬਚਨ ਦਰਜ ਹੋਏ। ਭਗਤ ਜੀ ਕਹਿੰਦੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣਤ। ਮਾਂ ਬੇਸ਼ੱਕ ਤੂੰ ਇੱਕ ਸ਼ੱਕਰ ਦੇ ਪੁੜੀ ਦੇ ਲਾਲਚ ਦੇ ਕੇ ਮੈਨੂੰ ਪਰਮੇਸ਼ਰ ਦੇ ਨਾਮ ਵੱਲ ਲਾਇਆ ਸੀ, ਪਰ ਉਹਦੇ ਨਾਮ ਦੇ ਵਿੱਚੋਂ ਇੰਨਾ ਰਸ ਆਉਣ ਲੱਗ ਗਿਆ, ਬੇਸ਼ੱਕ ਸ਼ੱਕਰ ਹੋਵੇ, ਸ਼ੱਕਰ ਦਾ ਉਨਾ ਰਸ ਨਹੀਂ। ਨਿਵਾਤ ਮਿਸ਼ਰੀ ਹੋਵੇ, ਮਿਸ਼ਰੀ ਦਾ ਉਨਾ ਰਸ ਨਹੀਂ। ਖੰਡ ਗੁੜ ਘਿਓ ਦੁੱਧ ਮੱਝ ਦਾ ਹੋਵੇ, ਉਨਾ ਰਸ ਉਸ ਦੇ ਵਿੱਚੋਂ ਨਹੀਂ ਜਿੰਨਾ ਰਸ ਜਿਹੜੇ ਤੂੰ ਨਾਮ ਵਾਲੇ ਪਾਸੇ ਲਾਇਆ ਉਸ ਨਾਮ ਦੇ ਵਿੱਚੋਂ ਹੈ। ਇਹ ਇੱਕ ਮਾਂ ਦੀ ਸਿੱਖਿਆ ਹੀ ਹੈ, ਇੱਕ ਪਿਤਾ ਦੀ ਸਿੱਖਿਆ ਹੀ ਹੈ। ਤਾਈਓ ਮੈਂ ਆਰੰਭਤਾ ਦੇ ਵਿੱਚ ਦਸ਼ਮੇਸ਼ ਪਿਤਾ ਜੀ ਦਾ ਬਚਨ ਤੁਹਾਨੂੰ ਸੁਣਾਇਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿੰਦੇ, ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੇ ਅਪਾਰ, ਭਜਨ ਸਿਖਾਏ ਪੁੱਤਰ ਕੋ ਹਰ ਭਜ ਬਾਰੰਬਾਰ। ਜਿੱਥੇ ਤੁਸੀਂ ਸੰਸਾਰ ਦੇ ਹੋਰ ਕੰਮਾਂ ਕਾਜਾਂ ਦੇ ਵਿੱਚ ਚਾਹੁੰਦੇ ਹੋ ਨਾ ਮੇਰਾ ਪੁੱਤਰ ਸਫਲਤਾ ਪ੍ਰਾਪਤ ਕਰੇ, ਉਹ ਉਸੇ ਤਰ੍ਹਾਂ ਆਪਣੇ ਧੀ ਪੁੱਤਰ ਨੂੰ ਹੌਲੀ ਹੌਲੀ ਪ੍ਰੇਰ ਕੇ ਧਰਮ ਵਾਲੇ ਪਾਸੇ ਲਾਓ। ਜੇ ਧਰਮੀ ਤੁਹਾਡਾ ਪੁੱਤਰ ਬਣਿਆ ਤੇ ਤੁਹਾਡਾ ਆਗਿਆਕਾਰ ਬਣੇਗਾ। ਜੇ ਤੁਹਾਡਾ ਪੁੱਤਰ ਕਿਤੇ ਨਸ਼ੇ ਖਾਣ ਗਿੱਜ ਗਿਆ, ਜੇ ਤੁਹਾਡਾ ਪੁੱਤਰ ਕਿਤੇ ਮਾਸ ਸ਼ਰਾਬ ਕਬਾਬ ਦਾ ਆਦੀ ਹੋ ਗਿਆ ਤੇ ਜਿਹਨੂੰ ਆਪਣੇ ਆਪ ਨੂੰ ਸੁੱਧ ਨਹੀਂ, ਉਹਨੇ ਤੁਹਾਡੀ ਕੀ ਪਰਵਿਸ਼ ਕਰਨੀ ਹੈ, ਪਾਲਣਾ ਕਰਨੀ ਹੈ। ਜੇ ਸਰਮਨ ਪੁੱਤਰ ਚਾਹੁੰਦੇ ਹੋ ਤੇ ਉਹਦੇ ਪੱਲੇ ਪਰਮੇਸ਼ਰ ਦੀ ਭਗਤੀ ਪਾਓ। ਜੋ ਧਰਮ ਦੇ ਸ਼ੋਭ ਗੁਣ ਹਨ ਉਹ ਉਹਨਾਂ ਨੂੰ ਸਿਖਾਓ। ਨਹੀਂ ਤਾਂ ਇੱਕ ਘਟਨਾ ਭਾਈ ਗੁਰਦਾਸ ਜੀ ਨੇ ਹੋਰ ਲਿਖੀ ਹੈ। ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਲਿਖਿਆ, ਵਾਟੈ ਮਾਨਸ ਮਾਰਦਾ ਹੋਏ ਬਾਲਮੀਕ ਬਟਵਾਰਾ। ਬਾਲਮੀਕ ਧਾੜਵੀ ਹੋਇਆ। ਇਹ ਉਹ ਨਹੀਂ ਹੈ ਜਿਨ੍ਹਾਂ ਨੇ ਵਾਲਮੀਕੀ ਰਾਮਾਇਣ ਲਿਖੀ ਹੈ। 4 ਵਾਲਮੀਕ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖੇ, ਉਹ ਹੋਰ ਸਨ। ਇਹ ਜਿਹੜਾ ਮੈਂ ਉਹਨਾਂ ਦਾ ਨਾਮ ਵਵੇ ਨਾਲ ਹੈ ਵਾਲਮੀਕ, ਇਹ ਬੱਬੇ ਨਾਲ ਹੈ ਬਾਲਮੀਕ। ਭਾਈ ਗੁਰਦਾਸ ਜੀ ਨੇ ਇਹ ਵਾਲਮੀਕ ਜਿਹੜਾ ਧਾੜਵੀ ਸੀ ਤੇ ਰਾਹ ਜਾਂਦੇ ਹੋਏ ਬੰਦੇ ਨੂੰ ਲੁੱਟਦਾ ਸੀ। ਇੱਕ ਦਿਨ ਇਸ ਨੇ ਇੱਕ ਬੰਦੇ ਦਾ ਕਤਲ ਕੀਤਾ ਤੇ ਉਸ ਦੇ ਬੋਝੇ ਦੇ ਵਿੱਚੋਂ ਕੌਡੀ ਨਿਕਲੀ। ਮਨ ਦੇ ਵਿੱਚ ਬੜੀ ਨਿਰਾਸ਼ਤਾ ਆਈ ਵੀ ਬੰਦਾ ਮਾਰਤਾ ਇੱਕ ਕੌਡੀ ਦੇ ਬਦਲੇ।
ਘਰ ਦੇ ਵਿੱਚ ਲਿਆਣ ਕੇ ਉਹ ਕੌਡੀ ਆਪਣੀ ਮਾਂ ਦੀ ਹੱਥ ਤੇ ਧਰਿਆ। ਜਿਸ ਵੇਲੇ ਮਾਂ ਦੀ ਹੱਥ ਤੇ ਉਹ ਕੌਡੀ ਧਰੀ ਤੇ ਉਸ ਵੇਲੇ ਮਾਂ ਕਹਿਣ ਲੱਗੀ, ਪੁੱਤਰ ਬਾਲਮੀਕ, ਅੱਗੇ ਜੋ ਕੁਛ ਲਿਆਉਂਦਾ ਸੀ ਮੈਨੂੰ ਚਾਈ ਦਿੰਦਾ ਸੀ, ਪਰ ਅੱਜ ਦਿੱਤੀ ਵੀ ਇੱਕ ਕੌਡੀ ਤੇ ਇੰਨੀ ਨਿਰਾਸ਼ਤਾ, ਇੰਨਾ ਨਿਰਾਸ਼ ਹੋ ਕੇ ਕਿਉਂ ਦੇ ਰਿਹਾ? ਤੇ ਬਾਲਮੀਕ ਕਹਿਣ ਲੱਗਾ ਮਾਂ, ਅੱਜ ਮੈਂ ਇੱਕ ਬੰਦਾ ਮਾਰਿਆ ਜਿਹਦੇ ਕੋਲੋਂ ਮੈਨੂੰ ਇੱਕ ਕੌਡੀ ਪ੍ਰਾਪਤ ਹੋ। ਮਾਰਨ ਦਾ ਕਾਰਨ, ਜਦੋਂ ਉਸ ਨੂੰ ਮੈਂ ਕਿਹਾ ਵੀ ਤੂੰ ਮੇਰੀ ਗ੍ਰਿਫਤ ਦੇ ਵਿੱਚ ਹੈ, ਮੈਂ ਧਾੜਵੀ ਆ ਤੇ ਮੈਨੂੰ ਆਪਣੇ ਕੋਲੋਂ ਜੋ ਕੁਝ ਹੈਗਾ ਸਾਰਾ ਕੁਝ ਦੇ ਦੇ, ਕਹਿੰਦੇ ਉਹਨੇ ਮੈਨੂੰ ਕੌਡੀ ਦਿੱਤੀ ਤੇ ਕਿਹਾ ਆ ਕੌਡੀ ਹੈ ਮੇਰੇ ਕੋਲ, ਮੇਰੀ ਜਾਨ ਬਖਸ਼ ਦੇ, ਇਹਨੇ ਕੀ ਜੋਗੀ। ਮੈਨੂੰ ਵਿਸ਼ਵਾਸ ਨਾ ਆਇਆ, ਮੈਂ ਸੋਚਿਆ ਵੀ ਇਹ ਪੈਸੇ ਧਨ ਜਾਂ ਲੁਕਾ ਰਿਹਾ ਹੈ, ਕੇਵਲ ਕੌਡੀ ਦਾ ਕੇ ਗੁਜ਼ਾਰਾ ਕਰ ਰਿਹਾ ਹੈ। ਮੈਂ ਉਸ ਦਾ ਕਤਲ ਕਰਤਾ ਤੇ ਵਾਕਈ ਮੈਨੂੰ ਉਹਦੇ ਕੋਲੋਂ ਕੌਡੀ ਲੱਭੀ। ਬੜੀ ਨਿਰਾਸ਼ਤਾ ਹੋਈ ਕਿ ਇੱਕ ਜਾਨ ਲੈ ਲਈ ਇਸ ਕੌਡੀ ਦੇ ਪਰਥਾਏ। ਉਹ ਕੌਡੀ ਬਾਲਮੀਕ ਦੀ ਮਾਂ ਨੇ ਲਈ ਤੇ ਬਾਜ਼ਾਰ ਦੇ ਵਿੱਚ ਚਲੇ ਗਈ। ਮੱਛੀਆਂ ਦੇ ਨਿੱਕੇ ਪੂੰਗ, ਮੱਛੀਆਂ ਦੇ ਨਿੱਕੇ ਬੱਚੇ ਉਹਨੂੰ ਖਰੀਦ ਕੇ ਘਰ ਦੇ ਵਿੱਚ ਲਿਆਂਦੇ ਤੇ ਆਪਣੇ ਪੁੱਤਰ ਦੀ ਕੰਡ ਦੇ ਉੱਪਰ, ਮੋਢੇ ਦੇ ਉੱਪਰ ਥਾਪੀ ਦੇ ਕੇ ਕਿਹਾ ਵੇ ਬਾਲਮੀਕ ਨਿਰਾਸ਼ ਨਾ ਹੋ। ਤੇ ਪੁੱਤਰ ਬਾਲਮੀਕ ਪੁੱਛਣ ਲੱਗਾ, ਮਾਂ ਕਿਉਂ ਨਿਰਾਸ਼ ਕਿਉਂ ਨਾ ਹੋਵਾਂ? ਨਿਰਾਸ਼ ਹੋਣ ਦਾ ਕਾਰਨ ਮੈਂ ਤੈਨੂੰ ਦੱਸਿਆ। ਕਹਿ ਲੱਗੇ, ਜਿਹੜੀ ਤੂੰ ਕੌਡੀ ਲਿਆਂਦੀ ਵੇਖ, ਮੈਂ ਇੱਕ ਮਸ਼ਵਾਰੇ ਦੀ ਹੱਟ ਤੇ ਗਈ, ਉਹਨੂੰ ਉਹ ਕੌਡੀ ਦਿੱਤੀ ਤੇ ਉਹਦੀ ਕੌਡੀ ਦੇ ਪਰਥਾਏ ਆ ਵੇਖ ਕਿੰਨੇ ਮੈਨੂੰ ਮੱਛੀਆਂ ਦੇ ਪੂੰਗ ਮਿਲੇ, ਪਰ ਉਹ ਵੀ ਨਿਰਾਸ਼ ਹੋ ਕੇ ਨਹੀਂ, ਉਹਨੇ ਜਾਣ ਤਾਂ ਇਹਨਾਂ ਦੇ ਵਿੱਚ ਹੀ, ਉਹ ਵੀ ਚਾਈ ਆਵਾਜ਼ਾਂ ਦੇ ਕੇ ਵੇਚ ਰਿਹਾ ਸੀ। ਜਦੋਂ ਇਹ ਗੱਲ ਬਾਲਮੀਕ ਨੂੰ ਥਾਪੜੇ ਵਜੋਂ ਮਿਲੀ ਤਾਂ ਬਾਲਮੀਕ ਜੀ ਦਾ ਜੀਵਨ ਪੜ੍ਹ ਕੇ ਵੇਖੋ, ਭਗਤਮਾਲਾ ਦੇ ਵਿੱਚੋਂ ਫਿਰ ਉਹ ਪਾਪ ਕਰਨ ਦੇ ਵਾਸਤੇ ਉਸੇ ਤਰ੍ਹਾਂ ਬੰਦੇ ਮਾਰਦਾ, ਉਸੇ ਤਰ੍ਹਾਂ ਲੁੱਟਦਾ, ਉਹ ਤੇ ਪਰਮੇਸ਼ਰ ਦੀ ਕਿਰਪਾ ਹੋਈ, ਭਗਤ ਮਿਲੇ ਤੇ ਜੀਵਨ ਪਲਟ ਗਿਆ। ਗੁਰਸਿੱਖੋ, ਜੇ ਤੁਸੀਂ ਚਾਹੁੰਦੇ ਹੋ ਆਪਣੇ ਧੀਆਂ ਪੁੱਤਰਾਂ ਨੂੰ ਧਰਮੀ ਬਣਾਉਣਾ, ਸਾਰਿਆਂ ਦੇ ਨਾਲੋਂ ਪਹਿਲਾਂ ਤੁਹਾਨੂੰ ਧਰਮੀ ਬਣਨਾ ਪਵੇਗਾ। ਜੇ ਤੁਸੀਂ ਮਾਸ ਖਾਂਦੇ ਹੋ, ਤੁਸੀਂ ਸ਼ਰਾਬ ਪੀਂਦੇ ਹੋ, ਜੇ ਤੁਸੀਂ ਕਿਸੇ ਨਸ਼ੇ ਦੇ ਆਦੀ ਹੋ ਤੇ ਧੀ ਪੁੱਤਰ ਨੂੰ ਕਹੋ ਕਿ ਪੁੱਤਰਾ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਿਆ ਕਰ, ਅਗਲਾ ਉਸੇ ਵੇਲੇ, ਕਿਉਂਕਿ ਆਦੇਸ਼ ਹੀ ਇਹੋ ਜੇ, ਅਗਲਾ ਉਸੇ ਵੇਲੇ ਕਹੇਗਾ ਬਾਪੂ ਤੈਨੂੰ ਕੀ ਗੱਲ, ਤੈਨੂੰ ਨਹੀਂ ਆਉਂਦਾ ਉਹ ਨਿਤਨੇਮ ਜਿਹੜਾ ਮੈਨੂੰ ਸਿਖਾ ਰਿਹਾ। ਯਾਦ ਰੱਖਿਓ, ਕੁਛ ਇਹ ਦੇਸ਼ ਹੈ, ਸਮੇਂ ਦਾ, ਹਵਾ ਦਾ ਪ੍ਰਭਾਵ ਹੁੰਦਾ ਹੈ, ਪਰ ਇਸ ਦੇ ਵਿੱਚ ਤੁਹਾਨੂੰ ਸੁਚੇਤ ਰਹਿਣ ਦੀ ਲੋੜ ਹੈ। ਧਰਮ ਨੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਨਾ ਸਿਖਾਇਆ ਨਹੀਂ। ਗੁਰ ਇਤਿਹਾਸ ਪੜੋ, ਜਿਸ ਧਰਮ ਦੇ ਅਸੀਂ ਬਾਨੀ ਆ ਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਗਤ ਜਲੰਦੇ ਨੂੰ ਤਾਰਦੇ ਹੋਏ ਜਿਸ ਵੇਲੇ ਬਾਬਰ ਨੇ ਕੈਦਖਾਨੇ ਦੇ ਵਿੱਚ ਪਾ ਲਿਆ, ਇਮਨਾਬਾਦ ਦੇ ਲਾਗੇ ਸੈਦਪੁਰ ਹੈ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਪਵਿੱਤਰ ਰਸਨਾ ਦੇ ਦੁਆਰਾ ਭਾਈ ਲਾਲੋ ਜੀ ਨੂੰ ਮੁਖਾਤਬ ਹੋ ਕੇ ਜਦੋਂ ਬਾਣੀ ਉਚਾਰੀ, ਜਿਹੜੀ ਬਾਬਰ ਬਾਣੀ ਆਉਂਦੀ ਹੈ ਤੇ ਇੱਕ ਸ਼ਬਦ ਆਉਂਦਾ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ। ਅੱਜ ਤੱਕ ਬਾਬਰ ਨੂੰ ਇਹ ਗੱਲ ਕਿਸੇ ਨੇ ਕਹੀ ਨਹੀਂ ਸੀ ਕਿ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਇਨ ਸੰਧੂਰ, ਸੇ ਸਿਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂਰ। ਇਹ ਗੱਲਾਂ ਕਿਸੇ ਨੇ ਕਹੀਆਂ ਨਹੀਂ ਸਨ, ਪਰ ਪਹਿਲੀ ਵਾਰ ਸੁਣੀਆਂ, ਮਨ ਨੂੰ ਚੁਭੀਆਂ। ਰਾਜਾ ਸੀ ਆਪਣੀ ਕੈਦ ਦੇ ਵਿੱਚ ਪਾ ਲਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਵੀ ਕਿਹਾ ਕਿ ਜਿਵੇਂ ਦੂਜੇ ਕੈਦੀ ਚੱਕੀ ਪੀ ਰਹੇ ਨਾ, ਤੁਸੀਂ ਵੀ ਚੱਕੀ ਪੀਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਦੂਸਰਿਆਂ ਕੈਦੀਆਂ ਨੂੰ ਵੀ ਕਿਹਾ ਕਿ ਸਤਨਾਮ ਵਾਹਿਗੁਰੂ ਜਪੋ, ਚੱਕੀਆਂ ਆਪਣੇ ਆਪ ਹੀ ਚੱਲਣਗੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਰਨ ਕਾਰਨ ਸਮਰੱਥ ਸਨ। ਚੱਕੀਆਂ ਦੀ ਕੀ ਗੱਲ, ਉਹ ਤੇ ਸਾਰੇ ਧਰਤੀ ਆਕਾਸ਼ ਨੂੰ ਚਲਾਉਣ ਵਾਲੇ। ਜਦੋਂ ਸਤਨਾਮ ਵਾਹਿਗੁਰੂ ਕਿਹਾ, ਸਾਰੀਆਂ ਚੱਕੀਆਂ ਆਪਣੇ ਆਪ ਚੱਲੀਆਂ। ਬਾਬਰ ਨੇ ਕਿਹਾ ਮੇਰੇ ਕੋਲੋਂ ਗਲਤੀ ਹੋ ਗਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਸਮੇਤ ਸਾਰੇ ਕੈਦੀ ਛੱਡ ਦਿੱਤੇ। ਫਿਰ ਸੋਚਿਆ ਆਪਣੀ ਗੁਸਤਾਖੀ ਦੀ ਮੁਆਫੀ ਮੰਗਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਾਸ ਤੁਰਿਆ ਆਪ ਇਕੱਲਾ। ਸੋਚਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੈਂ ਕਿਹੜੀ ਭੇਟਾ ਰੱਖਾਂ
ਜਿਸ ਦੇ ਨਾਲ ਮੇਰਾ ਜੀਵਨ ਸਫਲ ਹੋ ਜਾਵੇ। ਜੇ ਮੈਂ ਪੈਸੇ ਦੀ ਗੱਲ ਕਰਾਂ, ਜਿਹੜੇ ਆਪਣੇ ਆਪ ਚੱਕੀਆਂ ਚਲਾ ਸਕਦੇ, ਉਹਨਾਂ ਦੇ ਕੋਲ ਧਨ ਪੈਸੇ ਦੌਲਤ ਦੀ ਕਮੀ। ਤਾਂ ਇਤਿਹਾਸ ਪੜ੍ਹ ਕੇ ਵੇਖੋ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਵਾਸਤੇ ਇਸ ਨੇ ਭੰਗ ਲਈ, ਕਿਉਂਕਿ ਮੁਸਲਮਾਨੀ ਮੱਤ ਦੇ ਵਿੱਚ ਇਹ ਗੱਲ ਪ੍ਰਸਿੱਧ ਹੈ ਕਿ ਜਿਹੜਾ ਪੀਰ ਜਾਂ ਪੈਗੰਬਰ ਹੈ, ਉਹ ਭੰਗ ਨੂੰ ਰਗੜ ਕੇ ਛਕ ਲਵੇ, ਉਹ ਅੱਲਾਹ ਤਾਲਾ ਦੇ ਨਾਲ ਬਿਰਤੀ ਜੋੜ ਲੈਂਦਾ ਹੈ। ਉਹਦੀ ਸੁਭਾਵਕ ਅੱਲਾਹ ਤਾਲਾ ਨਾਲ ਬਿਰਤੀ ਜੋੜਨੀ ਹੈ। ਤਾਂ ਇਸ ਦੇ ਜੀਵਨ ਦੇ ਉੱਪਰ ਮੁਸਲਮਾਨੀ ਪੀਰਾਂ ਦਾ ਪ੍ਰਭਾਵ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਆਸਤੇ ਇਹਨੇ ਭੰਗ ਲਈ ਕੁਛ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰੱਖ ਕੇ ਨਮਸਕਾਰ ਕੀਤੀ, ਕਿਹਾ ਮਹਾਰਾਜ ਭੇਟਾ ਕਬੂਲ ਕਰੋ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਕਿਹੜੀ ਭੇਟਾ? ਕਹਿਣ ਲੱਗੇ, ਮਹਾਰਾਜ ਮੈਂ ਭੰਗ ਲਿਆਂਦੀ। ਸਤਿਗੁਰੂ ਕਹਿੰਦੇ, ਇਹਦਾ ਕੀ ਹੈ? ਤੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ, ਜੀ ਸਾਡੇ ਮੱਤ ਦੇ ਵਿੱਚ ਇਸ ਨੂੰ ਘੋਲ ਕੇ ਰਗੜ ਕੇ ਪੀਤਾ ਜਾਂਦਾ। ਜਦੋਂ ਪੀ ਲਈਦਾ, ਉਸ ਵੇਲੇ ਜਿਹੜੀ ਬਿਰਤੀ ਆ ਉਹ ਅੱਲਾਹ ਤਾਲਾ ਦੇ ਨਾਲ ਜੁੜ ਜਾਂਦੀ। ਮਾਰੇ ਕਹਿੰਦੇ ਕਿੰਨਾ ਕੁ ਚਿਰ ਜੁੜੀ ਰਹਿੰਦੀ? ਕਹਿੰਦੇ ਜਿੰਨਾ ਕੁ ਜਿਹਦਾ ਇਸ ਦਾ ਅਸਰ ਰਹਿੰਦਾ, ਉਹਨਾਂ ਕੁ ਚਿਰ ਜੁੜੀ ਰਹਿੰਦੀ ਹੈ। ਫਿਰ ਇਹਨੂੰ ਘੋੜ ਕੇ ਪੀ ਲੈਂਦੇ ਸਾਡੇ ਪੀਰ ਫਕੀਰ, ਫਿਰ ਅੱਲਾਹ ਤਾਲਾ ਨਾਲ ਬਿਰਤੀ ਜੁੜ। ਪਰ ਇਹ ਕਹਿੰਦੇ ਇਹਦੇ ਕੰਮ ਹੀ ਬੜਾ ਵੀ ਔਖਾ। ਜੇ ਕਿਤੇ ਨਾ ਮਿਲੇ ਤੇ ਅੱਲਾਹ ਤਾਲਾ ਨਾਲ ਤੇ ਤੋਂ ਬਗੈਰ ਜਿਹਾਦੀ ਹੋ ਜਾਵੇ ਤੇ ਅੱਲਾਹ ਤਾਲਾ ਨਾਲ ਤੇ ਬਿਰਤੀ ਨਹੀਂ ਜੋੜਨੀ। ਨਾ ਬਾਬਰ, ਕਿਸੇ ਚੀਜ਼ ਦੇ ਆਦੀ ਹੋ ਕੇ ਪਰਮੇਸ਼ਰ ਨਾਲ ਬਿਰਤੀ ਨਹੀਂ ਜੋੜਨੀ ਚਾਹੀਦੀ। ਜੇ ਤੂੰ ਕਹਿਣਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਿਹਨੂੰ ਕਹਿਣ ਲੱਗਾ, ਫਿਰ ਤੁਸੀਂ ਦੱਸੋ। ਪਰ ਕਹਿੰਦੇ ਸਾਡੀ ਤੇ ਸਦਾ ਹੀ ਜੁੜੀ ਰਹਿੰਦੀ। ਸਤਿਗੁਰੂ ਕਹਿੰਦੇ ਤੁਸੀਂ ਵੀ ਭੰਗ ਛਕਦੇ? ਉਹਨੇ ਪੁੱਛ ਲਿਆ, ਕਹਿਣ ਲੱਗੇ ਜੀ ਸਾਡੇ, ਕਿਉਂਕਿ ਉਹ ਮੁਸਲਮਾਨੀ ਮਤ ਦੇ ਨਾਲ, ਕਹਿੰਦੇ ਮਹਾਰਾਜ ਤੁਸੀਂ ਵੀ ਭੰਗ ਛਕਦੇ ਹੋ? ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਕਹਿਣ ਲੱਗੇ, ਹਾਂ। ਮਹਾਰਾਜ ਜੀ ਕੈਸੀ ਹੈ? ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਿਆ, ਭਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਤਉ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ। ਇਹ ਸੰਪੂਰਨ ਸ਼ਬਦ ਉਚਾਰ ਕੇ ਬਾਬਰ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜੇ, ਕਿਹਾ ਮਹਾਰਾਜ ਵਾਕਿਆ ਹੀ ਜੈਸਾ ਆਪ ਜੀ ਨੇ ਇਹ ਭੰਗ ਦਾ ਨਸ਼ਾ ਕੀਤਾ ਹੋਇਆ ਹੈ, ਇਹ ਤਾਂ ਜੀਵਨ ਸਫਲ ਕਰਨ ਦਾ ਕਾਰਨ। ਐਵੇਂ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ, ਧਰਮ ਸਾਨੂੰ ਨਸ਼ਾ ਕਰਨਾ ਨਹੀਂ ਸਿਖਾਉਂਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਜਿਸ ਸਤਿਗੁਰੂ ਨੇ ਸਾਨੂੰ ਇਹ ਸਿੱਖ ਧਰਮ ਨੇ ਬਾਣੀ ਸਤਿਗੁਰੂ ਹਨ ਸਾਨੂੰ ਇਹ ਬਖਸ਼ਿਆ। ਸਤਿਗੁਰੂ ਜਗਤ ਜਲੰਦੇ ਨੂੰ ਤਾਰਦੇ ਹੋਏ ਇੱਕ ਯਾਦ ਕਰਿਆ ਸੀ ਜੋਗੀ, ਜਿਸ ਜੋਗੀ ਦਾ ਨਾਮ ਸੀ ਭਰਥਰੀ। ਭਰਥਰੀ ਪਹਿਲੋਂ ਉਜੈਨ ਦੇਸ਼ ਦਾ ਰਾਜਾ ਸੀ। ਇਹਦਾ ਜੀਵਨ ਪੜ੍ਹ ਕੇ ਵੇਖੋ, ਇਸ ਨੇ ਆਪਣਾ ਰਾਜ ਭਾਗ ਆਪਣੇ ਭਰਾ ਨੂੰ ਦਿੱਤਾ। ਜਿਹੜਾ ਵਿਕਰਮਾਦਿੱਤ ਹੈ ਨਾ, ਜਿਸ ਨੂੰ ਆਪਾਂ ਇਹ ਸੁਣੀ ਹੋਵੇਗੀ ਕਹਾਣੀ, ਇੰਨਾ ਜ਼ਿਆਦਾ ਉਹ ਰਾਗ ਦੇ ਵਿੱਚ ਮਾਹਰ ਸੀ, ਜਦੋਂ ਰਾਗ ਗਾਉਂਦਾ ਸੀ ਤੇ ਦੀਵੇ ਬਲ ਪੈਂਦੇ ਸਨ। ਉਹ ਭਰਥਰੀ ਦਾ ਛੋਟਾ ਭਰਾ ਸੀ ਰਾਜਾ ਵਿਕਰਮਾਦਿੱਤ, ਉਜੈਨ ਦੇਸ਼ ਦੇ ਰਾਜੇ ਸਨ। ਜਿਸ ਵੇਲੇ ਇਹ ਘਰ-ਬਾਰ ਛੱਡ ਕੇ ਤੇ ਭਰਥਰੀ ਚਲੇ ਗਿਆ ਗੋਰਖਨਾਥ ਦੇ ਕੋਲੋਂ, ਇਸ ਨੇ ਸਿੱਖਿਆ ਗ੍ਰਹਿਣ ਕੀਤੀ। ਗੋਰਖਨਾਥ ਨੇ ਕਿਹਾ ਵੀ ਸ਼ਰਾਬ ਪੀਆ ਕਰ ਤੇ ਫਿਰ ਬਿਰਤੀ ਦਸਮ ਦਵਾਰ ਦੇ ਵਿੱਚ ਚੜ੍ਹਦੀ। ਸੁਭਾਵਿਕ ਹੈ, ਜਿਹੋ ਜਿਹਾ ਕਿਸੇ ਦਾ ਗੁਰੂ ਉਹੋ ਜਿਹਾ ਉਹਦੇ ਚੇਲੇ ਹੁੰਦੇ। ਤੇ ਇਹਨੇ ਸ਼ਰਾਬ ਪੀਣੀ ਸ਼ੁਰੂ ਕਰਤੀ। ਆਪਣੇ ਬੈਠਾ ਹੋਇਆ ਹੈ ਕੁਟਿਆ ਦੇ ਵਿੱਚ ਗੁਰੂ ਨਾਨਕ ਦੇਵ ਜੀ ਜਗਤ ਜਲੰਦੇ ਦਾ ਉਧਾਰ ਕਰਦੇ ਹੋਏ ਇਸ ਭਰਥਰੀ ਦੇ ਕੋਲ ਪਹੁੰਚੇ। ਜਦੋਂ ਆਵਾਜ਼ ਦਿੱਤੀ, ਮਾਰੇ ਕਹਿ ਲੱਗੇ ਜੋਗੀ ਜੀ ਸਤਿਗੁਰੂ ਤੇ ਭਰਥਰੀ ਕਹਿ ਲੱਗਾ ਜੀ ਕੌਣ? ਤੇ ਸਤਿਗੁਰੂ ਕਹਿ ਲੱਗੇ ਜਿਹਨੂੰ ਯਾਦ ਕਰਨਾ। ਜਦੋਂ ਨੂਰਾਨੀ ਚਿਹਰਾ ਤੱਕਿਆ, ਸੁਭਾਵਿਕ ਜਾਣ ਲਿਆ ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਹੈ। ਚਰਨਾਂ ਦੇ ਵਿੱਚ ਨਮਸਕਾਰ ਕਰਤੀ ਤੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਸਣ ਤੇ ਬਿਠਾ ਕੇ ਹੁਣ ਇਸ ਨੇ ਸ਼ਰਾਬ ਦਾ ਪਿਆਲਾ ਭਰਿਆ। ਇਤਿਹਾਸ ਨੇ ਜੋ ਕਿਹਾ, ਸ਼ਰਾਬ ਦਾ ਪਿਆਲਾ ਭਰਿਆ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਅੱਗੇ ਕਰਦਾ, ਕਿਹਾ ਮਹਾਰਾਜ ਛਕੋ, ਇਹਦੇ ਨਾਲ ਦਸਮ ਦਵਾਰ ਦੇ ਵਿੱਚ ਬਿਰਤੀ ਜਾਂਦੀ। ਸਤਿਗੁਰੂ ਕਹਿ ਲੱਗੇ ਕੀ ਛਕਾਉਣ ਲੱਗਾ? ਕਹਿੰਦਾ ਜੀ ਮੇਰਾ ਜੋਗੀ ਮਤ ਹੈ,
मैं जोगी मत दा धारनी हाँ ते मेरा गुरु गोरख है। मैनू मेरे गुरु गोरख ने यह सिक्ख्या दिती है कि किसी संत महात्मा का सत्कार इवें कीता जाता। सतगुरु गुरु नानक देव महाराज साहब जी कहन लगे नहीं, जे इसनू छकांगे 10वें द्वार च बिरती चढ़ गई, फिर लऊगी, फिर छकांगे, कित्थे लभदे फिरांगे। मारे कहंदे जैसा नशा असीं कीता वो ऐसा है कि उहदे नाल सहेले ही परमेश्वर दे विच हर वेले बिरती जुड़ी रहिंदी। सतगुरु नूं कहन लगे महाराज तुहाडे कोलों ते मैं उपदेश दी लोचा इच्छा सी मन दे विच चाहुंदा सां, आप किरपा करो मैनू उपदेश दो। श्री गुरु नानक देव साहब जी ने अनेकां शब्द आसा राग दे विच इस भरतरी जी दे परथाए उचारण कीते। उन्हां चों एक शब्द है गुड़ कर ज्ञान ध्यान कर धावै, कर करनी कस पाइयै, भाठी भवन प्रेम का पोचा, इत रस अम्यो चुआइयै, बाबा मन मतवारो नाम रस पीवै, सहज रंग रच रहिया, एहनिस बणी प्रेम लिव लागी, शब्द अनाहद गया। धन सतगुरु गुरु नानक देव महाराज सच्चे पातशाह जी कहते जेड़ा ज्ञान दा असीं गुड़ लिया है। तुसीं शराब तैयार करदे हो ना, पहलो गुड़ लभदे हो दुकानां दे उपर तुर फिर के, पर कहंदे ज्ञान दा गुड़ लिया है। ध्यान लावा एक केसू दे फुੱਲ लए होए, कर करनी जेड़ी करनी है ये असीं किकर दे सक पाए हुए हन। भाठी भवन शरीर भट्ठी बनाया, प्रेम दा पोचा लाया, ਉਹਦੇ ਵਿੱਚੋਂ नाम रस चुंदा। जिवें तुक्का तुक्का शराब दा चुंदा है ना, धन गुरु गुरु नानक देव जी कहंदे जदों ऐसा असीं ਇਹ ਭੱਠੀ ਤਿਆਰ ਕੀਤੀ ਤੇ ਇਹਦੇ ਵਿੱਚੋਂ ਇਹ ਰਸ ਅਮਿਓ ਚੁਆਈ ਹੈ, ਨਾਮ ਦਾ ਰਸ ਚੁੰਦਾ ਹੈ। ਸਤਿਗੁਰੂ ਜਦੋਂ ਅਸੀਂ ਪੀ ਲੈਨੇ ਆ ਸ਼ਰਾਬ ਤੇ ਸੁੱਧ ਬੋਧੀ ਭੁੱਲ ਜਾਂਦੀ ਹੈ। ਮਾਰੇ ਕਹਿੰਦੇ ਬਾਬਾ ਮਨ ਮਤਵਾਰੋ ਨਾਮ ਰਸ ਪੀਵੇ। ਹੁਣ ਜਦੋਂ ਅਸੀਂ ਇਹ ਨਾਮ ਰਸ ਪੀਤਾ ਤੇ ਸਾਡਾ ਵੀ ਮਨ ਮਤਵਾਲਾ ਹੋ ਗਿਆ, ਮਸਤਾਨਾ ਹੋ ਗਿਆ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪ ਕਿਹਾ, ਕਿਉਂਕਿ ਦੁਨੀਆ ਦੇ ਲੋਕ ਤਾਂ ਸ਼ਰਾਬਾਂ ਪੀ ਕੇ ਕਮਲੇ ਹੋ ਜਾਂਦੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਤੀਸਰੀ ਜੋਤ ਦਾ ਬਚਨ ਹੈ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ, ਜਿਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਏ, ਝੂਠਾ ਮਦ ਮੂਲ न पीचई जे का पार वसाई। धन गुरु गुरु नानक देव महाराज साहब जी ने तीसरी जोत कहंदे किसी दे कहण ते शराबां ना शुरू साडा भी कोई लाना कहंदा जी ये 5 रत्नी इहनूं छक लिया करो, कोई धर्म दे विच मनाही नहीं। याद रखियो गुरसिखो, इस संसार दे विच सतगुरु गुरु नानक देव महाराज सच्चे पातशाह जी ने सानू इस धर्म दे धारनी बनाया। धन दशमेश पिता जिन्हां ने सानू खालसा सिंह लकब दिता, उन्हां ने अपनी पवित्र बचनां दे विच रहतनामियां दे विच बचन कह, मधुरा दहता सप्त कुल भांग दह, तन एक जगत झूठ 700 दह, निंदा दह अनेक। मधुरा शराब कहंदे शराब पीण वाले दियां 7 कुलां बर्बाद होंदियां। सतगुरु तुसीं किवें कहता, इतिहास पढ़ के वेखो, जिस वेले ਜਿਹੜੇ ਜਾਦਵ ਸੀ ਨਾ, ਜਾਦਵਾਂ ਨੇ ਜਿਹੜਾ ਕ੍ਰਿਸ਼ਨ ਦਾ ਸਾਂਭ ਨਾਮੇ ਪੁੱਤਰ ਸੀ ਉਹਦੀ ਪੇਟ ਨੂੰ ਬਾਟੀ ਬੰਨੀ। ਗੁਰਬਾਣੀ ਦੇ ਵਿੱਚ ਬਚਨ ਹੈ, ਦੁਰਵਾਸ਼ਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ। ਇਹਨਾਂ ਪੰਕਤੀਆਂ ਦੀ ਕਥਾ ਸੁਣ ਕੇ ਵੇਖੀ। ਉਹ ਸਾਂਭ ਨਾਮੇ ਕ੍ਰਿਸ਼ਨ ਦਾ ਪੁੱਤਰ ਸੀ, ਉਹਨੂੰ ਪੇਟ ਨੂੰ ਬਾਟੀ ਬੰਨੀ, ਸ਼ਰਾਬ ਪੀਤੀ ਹੋਈ ਸੀ। ਦੁਰਵਾਸ਼ਾ ਜੀ ਇਸ਼ਨਾਨ ਕਰ ਰਹੇ ਸਨ ਤੇ ਜਾ ਕੇ ਪੁੱਛ ਲਗੇ, ਤੂੰ ਆਪਣੇ ਆਪ ਨੂੰ ਰਿਸ਼ੀ ਸਦਾਉਣਾ, दस दी कुख चो की पैदा होवेगा। ते वो कह लगा जाओ बच्चों अपना काम काज करो जाके। फिर कह लगे तू कादा ऋषि है? सांब कह लगा कादा ऋषि है? जे मेरे पेट दे नाल बन्निया, जो मेरे पेट च आ, जे तू दस ही नहीं सकदा भी ए की पैदा होवेगा। ते उस वेले दुर्वाशा नूं जदों तीजी चौथी वार परमेश्वर दी भगती तो अड़कण पै लगी, कहंदे जे पुछदे ही हो ते ਇਹ ਚੋਂ ਉਹ ਪੈਦਾ ਹੋਵੇਗਾ ਜਿਹੜਾ ਤੁਹਾਡੀ ਕੁੱਲ ਨਾਸ਼ ਕਰ ਦੇਵੇ। ਜਾਦਵ ਸ਼ਰਾਬ ਪੀ ਕੇ ਆਪਸ ਵਿੱਚ ਦੀ ਜਿਹੜੀ ਕਾਈ ਸਰਕੜਾ ਹੁੰਦਾ ਨਾ, ਇੱਕ ਦੂਜੇ ਦੇ ਮਾਰ ਕੇ ਸਾਰੀ 7 ਕੁੱਲਾਂ ਸੀ ਜਾਦਵਾਂ ਦੀਆਂ, ਸੱਤੇ ਦੀਆਂ ਸੱਤੇ ਨਾਸ਼ ਹੋ ਗਈਆਂ। ਤੇ ਅਖੀਰ ਨੂੰ ਕ੍ਰਿਸ਼ਨ ਜੀ ਰਹਿ ਗਏ,
कि कृष्ण जी दे जेड़ा बाण वज्जा ना जिस दे कारण मौत हुई वो बचिया होया उस बाटे दा लोहा सी। पहलो किनारे घसाता नदी दे उतों दब पैदा हो गई उत्थे वो दब दे नाल मरे जादव जेड़े कृष्ण जी रह गए जिन्ना एक लोहा सी उस नूं सुੱਟता मच्छी ने खा लिया मछुआरे ने फड़िया लोहा चंगा जानिया तीर दी मुखी नूं लाता वो तीर कृष्ण दे वजा जिस दे कारण जादव कुल दा नाश हो गया अंत हो गया। धन सतगुरु गुरु गोबिंद सिंह साहब जी कहते सत सत पुलां बर्बाद करने वाली शराब सिखा भुल के भी मुंह ते ना रखी, भुल के भी ਇਹਦਾ कदी सेवन ना करी, नमर्द बना देंदी कदी भी भुल के भंग नशे सुखे का सेवन ना करी, जगत झूठ तंबाकू का कदी सेवन नहीं करना ते निंदिया नूं ते जुबान ते भुल के भी नहीं लियो। इस वास्ते गुरसिखो इन्हां कर्मां तो जीवन दे विच सवेचे तो धर्म असी नशे करन दे वास्ते नहीं धारिया, वो ते असी किरपान गातरे ला के कशहरे ला के आम लोगों वांगू भी सारा कुछ करी सकते सा। मांस ही खाना सी जिथे मर्जी जाके खाई ना, शराबां ही पीनियां सन जिथे मर्जी जाके, साडे फाड़ नहीं सी पिया होया भी असीं अमृत छको, जां इथे लालच लोभ नहीं सी दिता गया सानू भी अमृत छको ही छको। इथे ते तेनू पहलों पुछया गया पंजां प्यारियां ने भी जे तू गुरु दी दसी हुई मर्यादा मन्नेगा ते अमृत छक ला, नहीं ते इस धर्म दे विच लोभ लालच कोई नहीं। ते जेड़ा सिर असीं गुरु नूं भेंट कीता है, जे गुरु की बाणी दे आशे दे उल्ट चल के, क्योंकि साडे धर्म याद रखियो दुनिया दे लख धर्म सन, गुरुआं ने अपने सिखां दे विच ओला रखिया। कई कर्म ऐसे सन जिन्हां दी जिवें हुण मुहम्मद साहब उसने शर्म दे मारे ने आप सुन्नत कराई ते दूजियां लोकां नूं कहता जी मैनूं खुदा दा हुक्म आया सी। सतगुरु गुरु गोबिंद सिंह महाराज साहब जी ने अपने पंथ दे वारसां नूं सुचेत करन दे वास्ते क्या मारे कहंदे जिन्हों किश जानी तेनू जानी पै बखानी नाही, ऐसे ना परपंच मन भूल आनियत। सतगुरु कहंदे दुनिया दे गुरु अपनी पूजा कराउणा चाहुंदे सन ते सुभाविक है जेड़ा बंदा अपनी पूजा कराउणी चाहे ना उहदे मन च हुंदा जे मैं इहनूं आ गल कहती ते मेरे नालों टोटी ना जावे, फिर ते मेरे कोल आवेगा ही नहीं जे मैं इहनूं आ गल्लां कहतियां। जो कुछ करदा पर मेरा भगत बनिया रहे चंगी गल है। पर सतगुरु गुरु गोबिंद सिंह जी कहंदे ऐसे ना परपंच मन भूल आनियत है। इहो जिहा छल कपट गुरु गोबिंद सिंह जी कहंदे मैं इस संसार दे विच नहीं रखांगा, सिखां नूं सीसा दिखावांगा। ये गल कहांगा सिखा याद रख जे तू धर्म रहत असूल दा धारनी है ते तू मेरा सिख है, नहीं रहत बिना ने सिख कहावे, रहत बिना दर चोटां खावे। बेशक धर्म दा लिबास बाना पहने होया पर जीवन दी मर्यादा कोई नहीं। धर्म सतगुरु गुरु गोबिंद सिंह साहब जी ने जो पंजां प्यारियां दे मुख दे द्वारा सुफुरन कीती, जदों तेनू अमृत छकाया जे उस मर्यादा दा धारनी नहीं ते तू मेरा सिख सुख कोई नहीं। सतगुरु ने स्पष्ट किया मेरा दर्शन नाही तिस भेखी मूढ़ा सिख, वो मूर्ख ते भेखी है, मेरा उन्होंने दर्शन दुर्शन कोई नहीं हुंदा, क्योंकि गुरु ने कोई ओला नहीं रखिया। सतगुरु श्री गुरु गोबिंद सिंह साहब जी ऐसे धर्म दे पिता हैं जिन्हां ने अपने विच अपने सिखां दे विच रति भर भी फर्क नहीं रखे। आप ही गुरु बने, आप ही उस पंथ दे सिख बन के महाराज सच्चे पातशाह जी ने कहा मैं हूं परम पुरख को दास, रब नूं मनण वालियां दा मैं दास हां। इस वास्ते सिखो ਧੀਆਂ पुत्रां प्रति यह देश ऐसा है, सब नूं ज्यादा अपने ਧੀਆਂ पुत्रां प्रति सुचेत रहो। ਤੁਹਾਡੀ ਸਿੱਖੀ ਤਾਂ ਹੀ ਪਤਾ ਲੱਗੇਗਾ ਜੇ ਤੁਹਾਡੇ ਧੀਆਂ ਪੁੱਤਰ ਧਰਮੀ ਹਨ। ਸਿਖਾਓ ਹਰ ਰੋਜ਼ ਅੰਮ੍ਰਿਤ ਵੇਲੇ ਉਠੋ, ਆਪ ਵੀ ਉਠੋ, ਧੀਆਂ ਪੁੱਤਰਾਂ ਨੂੰ ਵੀ ਉਠਾਓ, ਆਪ ਵੀ ਨਿਤਨੇਮ ਕਰੋ, ਧੀਆਂ ਪੁੱਤਰਾਂ ਨੂੰ ਵੀ ਨਾਲ ਬਿਠਾ ਕੇ ਕਰੋ। ਜੋ ਕੁਛ ਆਪ ਧਰਮ ਦੀ ਦੁਨੀਆ ਦੇ ਵਿੱਚੋਂ ਸਿੱਖਿਆ ਸਿਖਾਇਆ ਸੀ, ਪੁਰਾਣਾ ਕਿਉਂ ਇੰਨਾ ਧਰਮ ਪਰਪੱਕ ਸੀ, ਪੁਰਾਣੀਆਂ ਬਜ਼ੁਰਗ ਮਾਈਆਂ ਆਪਣੇ ਧੀਆਂ ਪੁੱਤਰਾਂ ਨੂੰ ਪਾਸ ਬਿਠਾਉਂਦੀਆਂ ਹੁੰਦੀਆਂ ਸੀ ਤੇ ਉਹਨਾਂ ਨੂੰ ਬਹੁਤੀਆਂ ਤੇ ਨਹੀਂ ਸੀ ਇੰਨੀ ਕਥਾ ਕਰਨੀ ਤੇ ਨਹੀਂ ਸੀ ਜਾਣਦੀਆਂ, ਪਰ ਉਹਨਾਂ ਨੂੰ ਭਾਈ ਤਾਰੂ ਸਿੰਘ ਦੀ ਸਾਖੀ ਜ਼ਰੂਰ ਪਤਾ ਹੁੰਦੀ ਤੇ ਕਹਿਣਾ ਆ ਪੁੱਤਾ ਮੈਂ ਤੈਨੂੰ ਬਾਤ ਸੁਣਾਵਾਂ, ਰਾਤ ਨੂੰ ਆਪਣੇ ਪਾਸ ਪਿਆ ਲੈਣਾ ਨਾਲੇ
ਉਹਨੇ ਕਹਿਣਾ ਮੈਂ ਦਾਦੀ ਕੋ ਬਾਤ ਸੁਣ ਕੇ ਹੀ ਸੌਣਾ। ਤੇ ਬਾਤ ਕੀ ਹੁੰਦੀ ਸੀ? ਧਰਮ ਦੀ। ਜੀਵਨ ਦੇ ਵਿੱਚ, ਬੱਚੇ ਦੇ ਜੀਵਨ ਦੇ ਵਿੱਚ ਜਦੋਂ ਧਰਮ ਦੀਆਂ ਬਾਤਾਂ ਪੈਣੀਆਂ ਸ਼ੁਰੂ ਹੋ ਜਾਣੀਆਂ, ਉਹ ਧਰਮ ਦੇ ਵਿੱਚ ਪਰਪਾਕੀ ਹੋਵੇਗਾ। ਭੇਦ ਭਾਵਨਾ ਆਪਣੇ ਨਾਲ, ਇੱਕ ਤੇ ਸਿਆਪਾ ਇਹੋ ਜਿਹਾ ਪੈ ਗਿਆ ਇਹਨਾਂ ਦੇਸ਼ਾਂ ਦੇ ਵਿੱਚ, ਆਪਣਾ ਬੈਡਰੂਮ ਵੱਖਰਾ, ਆਪਣੇ ਬੱਚਿਆਂ ਦਾ ਵੱਖਰਾ ਹੀ ਤਿਆਰ ਕਰਦੇ ਨੇ। ਉਹ ਜੋ ਕੁਛ ਮਰਜ਼ੀ ਕਰੀ ਜਾਣ, ਸਾਨੂੰ ਕੁਛ ਪਤਾ ਨਹੀਂ ਲੱਗਦਾ। ਧੀਆਂ ਪੁੱਤਰਾਂ ਨੂੰ ਨਾਲ ਸੁਆਓ, ਨਾਲ ਪਾਓ ਆਪਣੇ, ਉਹਨਾਂ ਨੂੰ, ਬੱਚੇ ਛੋਟੇ ਹਨ, ਸਾਡੀ ਤੇ ਔਲਾਦ ਆ, ਸਾਡੀ ਕੁੱਖ ਆ, ਆਪ ਉਹਨਾਂ ਨੂੰ ਹੌਲੀ ਹੌਲੀ ਰਾਤ ਨੂੰ ਜਦੋਂ ਸਿਰ ਪਲੋਸਦੇ ਆ, ਧਰਮ ਦੀਆਂ ਬਾਤਾਂ ਸੁਣਾਉਂਦੇ ਆ, ਸੁਆਓਗੇ, ਸਵੇਰੇ ਉੱਠਦੇ ਆ ਸਾਰ ਵਾਹਿਗੁਰੂ ਕਹਿ ਕੇ ਆਪਣੇ ਪੁੱਤਰ ਨੂੰ ਉਠਾਓਗੇ ਨਾ, ਤੁਹਾਡਾ ਪੁੱਤਰ ਧਰਮੀ ਹੋਵੇਗਾ, ਤੁਹਾਡਾ ਪੁੱਤਰ ਤੁਹਾਡਾ ਆਗਿਆਕਾਰੀ ਹੋਵੇਗਾ। ਭੁੱਲਾਂ ਦੀ ਮਾਫੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਸਾਨੂੰ ਤੁਹਾਨੂੰ ਧਰਮ ਬਖਸ਼ਣ, ਚਰਨਾਂ ਨਾਲ ਜੋੜੀਏ, ਗੁਰੂ ਨਾਨਕ ਦੀ ਸਿੱਖੀ ਜੀਵਨ ਦੇ ਵਿੱਚ ਕਮਾ ਸਕੀਏ, ਜਿਸ ਦੇ ਨਾਲ ਜੀਵਨ ਸਫਲ ਹੋ ਸਕੇਗਾ। ਇੱਥੇ ਹੀ ਕਥਾ ਨੂੰ ਵਿਸ਼ਰਾਮ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।